सत श्री अकाल दोस्तों, स्वागत है ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ। ਅੱਜ ਅਸੀਂ ਦਿਨ 'ਚ ਤੁਹਾਡੇ ਲਈ ਇੱਕ ਟੈਸਟ ਕੰਡਕਟ ਕਰਵਾਇਆ ਸੀ, ਜਿਹਦੇ ਵਿੱਚ ਅਸੀਂ ਰੀਜ਼ਨਿੰਗ ਦੇ ਕੁਝ ਕਨਸੈਪਟ ਤੁਹਾਨੂੰ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕੈਲੰਡਰ ਦਾ ਜਿਹੜਾ ਚੈਪਟਰ ਹੈ ਉਹ ਵੀ ਤੁਹਾਨੂੰ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਕੁਝ ਕੁਐਸਚਨ ਸੋਲਵ ਕਰਕੇ ਕੁਝ ਟੌਪਿਕ ਤਾਂ ਸਮਝ ਆ ਸਕਦੇ ਨੇ, ਪਰ ਕੋਈ ਵੀ ਚੈਪਟਰ ਪੂਰਾ ਕਲੀਅਰ ਨਹੀਂ ਕੀਤਾ ਜਾ ਸਕਦਾ। ਇਸ ਲਈ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਇਸ ਵੀਡੀਓ ਦੇ ਥਰੂ ਅਸੀਂ ਤੁਹਾਨੂੰ ਕੈਲੰਡਰ ਦਾ ਜਿਹੜਾ ਚੈਪਟਰ ਹੈ ਉਹ ਪੂਰੀ ਤਰ੍ਹਾਂ ਕਲੀਅਰ ਕਰਵਾ ਸਕੀਏ, ਤਾਂ ਕਿ ਆਉਣ ਵਾਲੇ ਪੇਪਰਾਂ ਦੇ ਵਿੱਚੋਂ ਇਹਦੇ ਵਿੱਚ ਜੋ ਵੀ ਕੋਈ ਕੁਐਸਚਨ ਆਵੇਗਾ ਉਹਨੂੰ ਤੁਸੀਂ ਆਸਾਨੀ ਨਾਲ ਕਲੀਅਰ ਕਰ ਸਕੋ, ਆਸਾਨੀ ਨਾਲ ਸੋਲਵ ਕਰ ਸਕੋ। ਠੀਕ ਹੈ ਜੀ, ਨੋਟਬੁੱਕ 'ਤੇ ਨੋਟਸ ਬਣਾ ਲਿਓ ਤਾਂ ਕਿ ਬਾਰ-ਬਾਰ ਵੀਡੀਓਜ਼ ਨਾ ਦੇਖਣੀਆਂ ਪੈਣ, ਰਿਵਾਈਜ਼ ਕਰਨਾ ਤੁਹਾਨੂੰ ਸੌਖਾ ਹੋ ਜੇ। ਠੀਕ ਹੈ, ਜ਼ਿਆਦਾ ਟਾਈਮ ਵੇਸਟ ਨਾ ਕਰਦੇ, ਚੱਲਦੇ ਹਾਂ ਅੱਜ ਦੀ ਵੀਡੀਓ ਦੇ ਵੱਲ। ਸਭ ਤੋਂ ਪਹਿਲਾਂ ਕੈਲੰਡਰ ਦੀ ਬੇਸਿਕ ਜਾਣਕਾਰੀ। ਅਸੀਂ ਨੋਰਮਲੀ ਜਿਹੜਾ ਕੈਲੰਡਰ ਅਸੀਂ ਯੂਜ਼ ਕਰਦੇ ਹਾਂ, ਜਨਵਰੀ ਤੋਂ ਦਸੰਬਰ ਤੱਕ ਦਾ ਜਿਹੜਾ ਕੈਲੰਡਰ ਅਸੀਂ ਯੂਜ਼ ਕਰਦੇ ਹਾਂ, ਇਹਨੂੰ ਗ੍ਰੈਗੋਰੀਅਨ ਕੈਲੰਡਰ ਕਹਿੰਦੇ ਨੇ। ਠੀਕ ਹੈ ਜੀ, ਗ੍ਰੈਗਰੀ ਨਾਮ ਦੇ ਇੱਕ ਪੋਪ ਹੋਏ ਨੇ। ਗ੍ਰੈਗਰੀ ਨਾਮ ਦੇ ਪੋਪ ਹੋਏ ਨੇ। ਉਹਨਾਂ ਨੇ 16ਵੀਂ ਸਦੀ ਦੇ ਵਿੱਚ, ਮਤਲਬ ਲਗਭਗ 1582 ਦੇ ਵਿੱਚ ਉਹਨਾਂ ਨੇ ਇਹ ਕੈਲੰਡਰ ਜਿਹੜਾ ਇਹ ਦਿੱਤਾ ਸੀ। ਠੀਕ ਹੈ ਜੀ, 1582 ਦੇ ਵਿੱਚ। ਅਤੇ ਉਹਨਾਂ ਨੇ ਜਿਹੜਾ ਇਹ ਕੈਲੰਡਰ ਦਿੱਤਾ ਸੀ, ਇਹਦੇ ਵਿੱਚ ਮਤਲਬ ਸਟਾਰਟਿੰਗ ਤੋਂ ਪਹਿਲੀ ਸੈਂਚਰੀ ਤੋਂ ਜਦੋਂ ਇਹਨੂੰ ਦੇਖਿਆ ਜਾਂਦਾ ਹੈ ਤਾਂ ਇਹਦੇ ਵਿੱਚ ਪਹਿਲਾ ਦਿਨ ਸੋਮਵਾਰ ਰੱਖਿਆ ਗਿਆ ਸੀ। ਠੀਕ ਹੈ ਜੀ, ਸੋਮਵਾਰ ਤੋਂ ਇਹ ਕੈਲੰਡਰ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਮਤਲਬ ਕਿ ਪਹਿਲੀ ਸੈਂਚਰੀ ਦਾ ਜਿਹੜਾ ਪਹਿਲਾ ਦਿਨ ਹੋਇਆ ਸੀ ਉਹ ਸੋਮਵਾਰ ਹੋਇਆ ਸੀ। ਇਸੇ ਤਰ੍ਹਾਂ ਹੀ ਜਿਹੜਾ ਅਸੀਂ ਵੀਕ ਦੇ ਵਿੱਚ ਵੀ ਜਿਹੜਾ ਪਹਿਲਾ ਦਿਨ ਹੁੰਦਾ ਹੈ ਉਹ ਸੋਮਵਾਰ ਹੀ ਹੁੰਦਾ ਹੈ, ਜਦ ਕਿ ਇੰਗਲਿਸ਼ ਦੇ ਵਿੱਚ ਅਸੀਂ ਨੋਰਮਲੀ ਪੜ੍ਹਦੇ ਹਾਂ ਸੰਡੇ, ਮੰਡੇ, ਟਿਊਜ਼ਡੇ ਐਵੇਂ ਪੜ੍ਹਦੇ ਹਾਂ, ਪਰ ਨੋਰਮਲੀ ਜਿਹੜਾ ਵੀਕ ਦਾ ਜਿਹੜਾ ਪਹਿਲਾ ਦਿਨ ਹੁੰਦਾ ਹੈ ਉਹ ਮੰਡੇ ਹੁੰਦਾ। ਠੀਕ ਹੈ ਜੀ, ਲੀਪ ਈਅਰ ਅਤੇ ਨੋਰਮਲ ਈਅਰ। ਦੇਖੋ, ਲੀਪ ਈਅਰ ਅਤੇ ਨੋਰਮਲ ਈਅਰ ਕੀ ਹੁੰਦਾ? ਨੋਰਮਲ ਈਅਰ ਅਤੇ ਲੀਪ ਈਅਰ। ਠੀਕ ਹੈ ਜੀ, ਨੋਰਮਲ ਈਅਰ ਉਹ ਸਾਲ ਹੁੰਦਾ ਜਿਹਦੇ ਵਿੱਚ ਨੋਰਮਲੀ 365 ਦਿਨ ਹੁੰਦੇ ਨੇ। ਠੀਕ ਹੈ ਜੀ, ਅਤੇ ਲੀਪ ਈਅਰ ਉਹ ਹੁੰਦਾ ਜਿਹਦੇ ਵਿੱਚ 366 ਦਿਨ ਹੁੰਦੇ ਨੇ। ਅਤੇ ਹੁਣ ਨੋਰਮਲੀ ਜਿਸ ਟਾਈਮ ਕੋਈ ਵੀ ਮਤਲਬ ਮੈਕਸੀਮਮ ਤਾਂ ਐਵੇਂ ਹੀ ਹੁੰਦਾ ਕਿ ਹਰੇਕ 3 ਸਾਲ ਬਾਅਦ ਜਿਹੜਾ ਚੌਥਾ ਸਾਲ ਹੁੰਦਾ ਹੈ, 3 ਸਾਲ ਬਾਅਦ ਜਿਹੜਾ ਚੌਥਾ ਸਾਲ ਹੁੰਦਾ ਹੈ ਉਹ ਲੀਪ ਈਅਰ ਹੀ ਹੁੰਦਾ ਹੈ। ਠੀਕ ਹੈ ਜੀ, ਜਿਵੇਂ ਹੁਣ 2020 ਸੀ, ਜਿਹੜਾ 2020 ਇੱਕ ਲੀਪ ਈਅਰ ਸੀ। ਇਸ ਤੋਂ ਬਾਅਦ 2024 ਇਹ ਵੀ ਇੱਕ ਲੀਪ ਈਅਰ ਹੋਵੇਗਾ। ਉਸ ਤੋਂ ਬਾਅਦ 2028, 2032 ਇਹ ਸਾਰੇ ਕੀ ਹੋਣਗੇ? ਇੱਕ ਲੀਪ ਈਅਰ ਹੋਣਗੇ। ਪਰ ਇਹਨਾਂ ਦੇ ਵਿੱਚ ਜਿਹੜੇ ਆ ਗਏ 2021, 2022, 2023, ਠੀਕ ਹੈ ਜੀ, 2025, 2026, 2027 ਇਹ ਸਾਰੇ ਕੀ ਹੋ ਗਏ? ਨੋਰਮਲ ਈਅਰ ਹੋ ਗਏ। ਹੁਣ ਜਿਸ ਟਾਈਮ ਸਾਨੂੰ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਕਿ ਐਵੇਂ ਕਈ ਵਾਰ ਦਿੱਤਾ ਜਾਂਦਾ ਕਿ ਇਹ ਸਾਲ ਹੈ ਜਿਹੜਾ, ਜਿਵੇਂ ਉਹਨਾਂ ਨੇ ਦਿੱਤਾ 1989, ਇਹਦੇ ਬਾਰੇ ਦੱਸੋ ਕਿ ਇਹ ਲੀਪ ਈਅਰ ਹੈ ਜਾਂ ਨਹੀਂ ਹੈ। ਇਹਦੇ ਵਿੱਚ ਤੁਸੀਂ ਕੁਛ ਨਹੀਂ ਕਰਨਾ, ਜਿਹੜੇ ਲਾਸਟ ਵਾਲੇ 2 ਡਿਜਿਟ ਨੇ ਇਹਨਾਂ ਨੂੰ 4 'ਤੇ ਡਿਵਾਈਡ ਕਰ ਦਿਓ। ਜੇ ਤਾਂ ਪ੍ਰੋਪਰ ਵੰਡੇ ਗਏ ਇਹ ਪੂਰੇ ਫਿਰ ਤਾਂ ਇਹ ਲੀਪ ਈਅਰ ਹੈ, ਜੇ ਪੂਰੇ ਨਹੀਂ ਵੰਡੇ ਗਏ ਤਾਂ ਇਹ ਲੀਪ ਈਅਰ ਨਹੀਂ ਹੈ। ਠੀਕ ਹੈ ਜੀ, ਪਰ ਕਦੇ ਐਗਜ਼ਾਮੀਨਰ ਹੈ ਜਿਹੜਾ ਕੁਐਸਚਨ ਉਲਝਾ ਦਿੰਦਾ, ਉਹ ਸੈਂਚਰੀ ਦੇ ਦਿੰਦਾ। ਸੈਂਚਰੀ ਬਾਰੇ ਵੈਸੇ ਤੁਹਾਨੂੰ ਅੱਗੇ ਵੀ ਸਮਝਾਵਾਂਗੇ। ਸੈਂਚਰੀ ਦੇ ਦਿੰਦਾ, ਜਿਵੇਂ ਉਹਨੇ ਪੁੱਛ ਲਿਆ 1900 ਲੀਪ ਈਅਰ ਹੈ, ਜੇ ਇਹਨੂੰ 4 'ਤੇ ਵੰਡੋਗੇ ਤਾਂ ਨੋਰਮਲੀ ਵੰਡਿਆ ਜਾਣਾ। ਇਹ ਤੁਸੀਂ ਸੋਚੋਗੇ ਸ਼ਾਇਦ ਲੀਪ ਈਅਰ ਹੋਣਾ, ਪਰ ਇਹ ਲੀਪ ਈਅਰ ਨਹੀਂ ਹੁੰਦਾ। ਇਹਨੂੰ ਵੰਡਿਆ ਜਾਂਦਾ ਹੈ, ਸੈਂਚਰੀ ਕੋਈ ਵੀ ਹੈ ਉਹਨੂੰ ਵੰਡਿਆ ਜਾਂਦਾ 400 'ਤੇ। ਜਿਹੜਾ 400 'ਤੇ ਪ੍ਰੋਪਰ ਵੰਡਿਆ ਗਿਆ ਉਹ ਲੀਪ ਈਅਰ ਹੈ, ਜਿਹੜਾ 400 'ਤੇ ਪ੍ਰੋਪਰ ਨਹੀਂ ਵੰਡਿਆ ਗਿਆ ਉਹ ਲੀਪ ਈਅਰ ਨਹੀਂ ਹੈ। ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ 1900 ਹੈ ਜਿਹੜਾ ਨਹੀਂ ਵੰਡਿਆ ਜਾਣਾ, ਇਹਦੇ ਵਿੱਚ 300 ਬਚ ਜਾਣਾ। ਠੀਕ ਹੈ ਜੀ, ਲੀਪ ਈਅਰ ਫਾਈਂਡ ਕਰਨਾ ਪਤਾ ਲੱਗ ਗਿਆ। ਠੀਕ ਹੈ, ਸੈਂਚਰੀ ਦੇ ਵਿੱਚ ਵੀ ਵੈਸੇ ਸਮਝਾਦਾ, ਪਰ ਅੱਗੇ ਦੁਬਾਰਾ ਤੁਹਾਨੂੰ ਸੈਂਚਰੀ ਦੇ ਬਾਰੇ ਫਿਰ ਸਮਝਾ ਦਾਂਗੇ। ਠੀਕ ਹੈ ਜੀ, ਲੀਪ ਈਅਰ ਦੇ ਵਿੱਚ 365 ਦਿਨ ਹੋ ਗਏ, 365 ਦਿਨ ਲੀਪ ਈਅਰ ਦੇ ਵਿੱਚ 366 ਦਿਨ ਹੋ ਗਏ, ਨੋਰਮਲ ਈਅਰ ਦੇ ਵਿੱਚ 365 ਦਿਨ ਹੋ ਗਏ। ਠੀਕ ਹੈ, ਇੱਕ ਚੀਜ਼ ਇਹਦੇ ਵਿੱਚ ਹੋਰ, ਜਿਹੜਾ ਲੀਪ ਈਅਰ ਹੁੰਦਾ ਨੋਰਮਲੀ ਆਪਾਂ ਐਵੇਂ ਸੋਚਦੇ ਹਾਂ ਕਿ ਸ਼ਾਇਦ ਹਰੇਕ 4 ਸਾਲ ਬਾਅਦ ਮਤਲਬ ਜਿਹੜਾ ਚੌਥਾ ਸਾਲ ਹੁੰਦਾ ਹਰੇਕ ਸਾਲ, ਜਿਵੇਂ ਮੈਂ ਲੈ ਕੇ ਚੱਲਾਂ 1972। ਠੀਕ ਹੈ ਜੀ, 1972 ਤੋਂ ਬਾਅਦ 1976 ਲੀਪ ਈਅਰ ਹੋਵੇਗਾ, ਫਿਰ 1980, ਫਿਰ 1984। ਤਾਂ ਸਾਨੂੰ ਐਵੇਂ ਲੱਗਦਾ ਕਿ ਸ਼ਾਇਦ ਹਰੇਕ 3 ਸਾਲਾਂ ਬਾਅਦ ਹਰੇਕ ਜਿਹੜਾ ਚੌਥਾ ਸਾਲ ਆਉਂਦਾ ਹੈ ਉਹ ਲੀਪ ਈਅਰ ਹੁੰਦਾ, ਪਰ ਪ੍ਰੋਪਰ ਐਵੇਂ ਨਹੀਂ ਹੁੰਦਾ। ਦੇਖੋ ਇਹਦੇ ਵਿੱਚ ਕਿਵੇਂ ਵੇਰੀਏਸ਼ਨ ਆਉਂਦੀ ਹੈ। ਜਿਵੇਂ ਆਪਾਂ ਸੈਂਚਰੀ ਲੈ ਕੇ ਚੱਲਦੇ 1896 ਲੈ ਲਓ, 1896 ਇੱਕ ਲੀਪ ਈਅਰ ਹੈ। ਠੀਕ ਹੈ ਜੀ, ਤਾਂ ਇਹਦੇ ਮੁਤਾਬਿਕ ਤਾਂ ਜਿਹੜਾ 1900 ਹੈ, ਕਿਉਂਕਿ 4 ਸਾਲ ਹੋ ਗਏ ਹੈ ਨਾ, ਤਾਂ ਇਹ ਲੀਪ ਈਅਰ ਹੋਣਾ ਚਾਹੀਦਾ ਹੈ, ਪਰ
ਇਹ ਲੀਪ ਈਅਰ ਨਹੀਂ ਹੁੰਦਾ। ਕਿਉਂ? ਕਿਉਂਕਿ ਸੈਂਚਰੀ ਨੂੰ ਅਸੀਂ 400 'ਤੇ ਡਿਵਾਈਡ ਕਰਦੇ ਹਾਂ। ਤਾਂ ਕਰਕੇ ਜੇ ਕਦੇ ਐਵੇਂ ਵੀ ਕਿਤੇ ਕੋਈ ਡਿਸਕਸ਼ਨ ਹੁੰਦੀ ਹੈ ਜਾਂ ਕਿਸੇ ਪੇਪਰ ਦੇ ਵਿੱਚ ਵੀ ਹੁੰਦਾ ਕਿ ਹਰੇਕ ਜਿਹੜਾ ਚੌਥਾ ਸਾਲ ਹੈ ਉਹ ਲੀਪ ਈਅਰ ਹੋਏਗਾ, ਤਾਂ ਬਿਲਕੁਲ ਗਲਤ ਹੈ। ਹਰੇਕ ਚੌਥਾ ਸਾਲ ਨਹੀਂ ਹੁੰਦਾ, ਹਾਂ ਮੈਕਸੀਮਮ ਹੁੰਦਾ ਹੈ। ਠੀਕ ਹੈ ਜੀ, ਚਲੋ ਚੱਲਦੇ ਹਾਂ ਅੱਗੇ। 100 ਸਾਲਾਂ ਦੇ ਵਿੱਚ ਲੀਪ ਈਅਰ। ਹੁਣ ਤੁਸੀਂ ਲੀਪ ਈਅਰ ਫਾਈਂਡ ਕਰਨਾ ਤੁਹਾਨੂੰ ਪਤਾ ਲੱਗੀ ਗਿਆ। ਕਿਸੇ ਵੀ ਸਾਲ ਦੇ ਪਿਛਲੇ 2 ਡਿਜਿਟ ਨੂੰ ਅਸੀਂ ਜਿਸ ਟਾਈਮ 4 ਨਾਲ ਡਿਵਾਈਡ ਕਰ ਦਿੰਦੇ ਹਾਂ ਤਾਂ ਸਾਡੇ ਕੋਲ ਜਿਹੜਾ ਉਹ ਲੀਪ ਈਅਰ ਆ ਜਾਂਦਾ ਹੈ। ਠੀਕ ਹੈ ਜੀ, ਕਿ ਲੀਪ ਈਅਰ ਹੈ ਜਾਂ ਨਹੀਂ ਹੈ। ਹੁਣ ਇਹਨਾਂ ਨੇ ਪੁੱਛਿਆ 100 ਸਾਲਾਂ ਦੇ ਵਿੱਚ 29 ਤਰੀਕ, ਇਹ ਚੀਜ਼ ਦਾ ਵੀ ਖਿਆਲ ਰੱਖਿਓ। 29 ਫਰਵਰੀ ਦਾ ਮਤਲਬ ਤਾਂ ਹੁੰਦਾ ਆਪਣੇ ਕੋਲੇ ਕਿ ਠੀਕ ਆ ਲੀਪ ਈਅਰ ਬਾਰੇ ਪੁੱਛਿਆ ਗਿਆ ਜੀ, ਹਾਂ, ਕਿਉਂਕਿ ਫਰਵਰੀ ਦੇ ਵਿੱਚ ਇੱਕ ਮਹੀਨਾ ਐਕਸਟਰਾ, ਇੱਕ ਦਿਨ ਐਕਸਟਰਾ ਐਡ ਹੁੰਦਾ ਹੈ। ਪਰ ਇੱਥੇ ਇਹਨੇ ਪੁੱਛਿਆ 29 ਤਰੀਕ। 29 ਤਰੀਕ ਹੁਣ ਆਪਾਂ ਨੂੰ ਪਤਾ ਕਿ ਹਰੇਕ ਸਾਲ ਦੇ ਵਿੱਚ ਜਿਹੜੇ ਨਾਰਮਲ ਈਅਰ ਜਿਹੜੇ ਹੁੰਦੇ ਨੇ, ਨਾਰਮਲ ਸਾਲ ਹੁੰਦੇ ਨੇ, 11 ਮਹੀਨਿਆਂ ਦੇ ਵਿੱਚ 29 ਤਰੀਕ ਆਉਂਦੀ ਹੈ। ਠੀਕ ਹੈ ਜੀ, 11 ਮਹੀਨਿਆਂ ਦੇ ਵਿੱਚ 29 ਤਰੀਕ ਆਉਂਦੀ ਹੈ। ਤਾਂ 100 ਸਾਲਾਂ ਦੇ ਵਿੱਚ ਜਿਹੜੇ 11 ਮਹੀਨੇ ਨੇ ਇਹਨਾਂ ਦੇ ਵਿੱਚ 29 ਤਰੀਕ 100 ਸਾਲਾਂ ਦੇ ਵਿੱਚ 1100 ਤਾਂ ਸਿੱਧੀ ਉਹੀ ਹੋ ਗਈ। ਠੀਕ ਹੈ ਜੀ, 1129 ਤਰੀਕ ਹੋ ਗਈ। ਉਸ ਤੋਂ ਬਿਨਾਂ ਜਿਹੜੇ ਅੱਗੇ ਆਪਣੇ ਕੋਲੇ ਬਚੇ ਨੇ ਸਾਲ ਲੀਪ ਈਅਰ ਵਾਲੇ। ਠੀਕ ਹੈ ਜੀ, ਹੁਣ ਆਪਾਂ ਦੇਖਣਾ ਕਿ 100 ਸਾਲਾਂ ਦੇ ਵਿੱਚ ਲੀਪ ਈਅਰ ਕਿੰਨੇ ਹੁੰਦੇ ਨੇ। ਨੋਰਮਲੀ ਤਾਂ ਜੇ ਤੁਸੀਂ 100 ਨੂੰ ਤੁਸੀਂ 4 'ਤੇ ਵੰਡੋਗੇ ਤਾਂ ਤੁਹਾਨੂੰ ਲੱਗਣਾ ਸ਼ਾਇਦ ਇਹਦੇ ਵਿੱਚ 25 ਲੀਪ ਈਅਰ ਹੋਣਗੇ। ਠੀਕ ਹੈ ਜੀ, ਪਰ ਤੁਸੀਂ ਇਹ ਵੀ ਸੋਚੋ ਕਿ ਜਿਹੜਾ 100 ਹੈ ਉਹ ਸੈਂਚੁਰੀ ਹੈ, ਤਾਂ ਕਰਕੇ ਇਹਦੇ ਵਿੱਚ ਅਸੀਂ 100 ਨੂੰ ਨਾ ਵੰਡ ਕੇ 99 ਨੂੰ 4 'ਤੇ ਵੰਡਾਂਗੇ ਅਤੇ ਸਾਡੇ ਕੋਲੇ 25 ਨਹੀਂ, ਸਾਡੇ ਕੋਲੇ 24 ਹੀ ਲੀਪ ਈਅਰ ਇਹਦੇ ਆਉਣਗੇ। ਠੀਕ ਹੈ ਜੀ, ਕਿਉਂਕਿ ਇਹਨੂੰ ਤਾਂ ਆਪਾਂ ਨੂੰ 400 'ਤੇ ਵੰਡਣਾ ਪੈਣਾ, 400 'ਤੇ ਇਹ ਵੰਡਿਆ ਨਹੀਂ ਜਾ ਸਕਦਾ 100, ਤਾਂ ਕਰਕੇ ਇਹ ਇੱਕ ਲੀਪ ਈਅਰ ਨਹੀਂ ਹੈ। ਠੀਕ ਹੈ ਜੀ, ਹੁਣ 24 ਆਪਣੇ ਕੋਲੇ ਲੀਪ ਈਅਰ ਨੇ, ਮਤਲਬ ਕਿ 24 ਜਿਹੜੇ ਸਾਲ ਨੇ ਉਹ ਐਵੇਂ ਦੇ ਨੇ ਜਿਨ੍ਹਾਂ ਦੇ ਵਿੱਚ 29 ਫਰਵਰੀ ਜ਼ਿਆਦਾ, ਉਹੀ 24 ਇੱਥੇ ਅਸੀਂ ਐਡ ਕਰਤੀ। ਸਾਡੇ ਕੋਲੇ ਕਿੰਨੇ ਸਾਲ ਦੇ ਵਿੱਚ ਕਿੰਨੀਆਂ 29 ਫਰਵਰੀ ਮਤਲਬ 29 ਦਿਨ ਕਿੰਨੇ ਆ ਗਏ 100 ਸਾਲਾਂ ਦੇ ਵਿੱਚ 1024 ਜਿਹੜੀ 29 ਤਰੀਕ ਹੈ ਉਹ ਆਉਂਦੀ ਹੈ। ਠੀਕ ਹੈ ਜੀ, ਇੱਦਾਂ ਆ ਗਿਆ 29 ਤਰੀਕ ਬਾਰੇ। ਹੁਣ ਜੇ ਤੁਹਾਨੂੰ 29 ਫਰਵਰੀ ਪੁੱਛ ਲਿਆ ਜਾਵੇ ਤਾਂ 29 ਫਰਵਰੀ ਦਾ ਮਤਲਬ ਤਾਂ ਨੋਰਮਲੀ ਇਹੀ ਹੈ ਕਿ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ 100 ਸਾਲ ਦੇ ਵਿੱਚ ਲੀਪ ਈਅਰ ਕਿੰਨੇ ਨੇ। ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ 99 ਨੂੰ ਤੁਸੀਂ 99 ਨੂੰ 4 'ਤੇ ਵੰਡੋਗੇ ਤਾਂ ਤੁਹਾਡੇ ਕੋਲੇ 24 24 ਚੌਕਾ 96 ਇਹ ਹੀ ਤੁਹਾਡੇ ਕੋਲੇ ਲੀਪ ਈਅਰ ਹੋਣਗੇ। ਕਿਉਂਕਿ ਜਿਹੜਾ 100 ਹੈ ਉਹ ਨੋਰਮਲ, ਉਹ ਇੱਕ ਈਅਰ ਨਾ ਹੋ ਕੇ, ਇੱਕ ਸਾਲ ਨਾ ਹੋ ਕੇ, ਉਹ ਕੀ ਹੈ, ਇੱਕ ਸੈਂਚਰੀ ਹੈ। ਠੀਕ ਹੈ ਜੀ, ਸ਼ਤਾਬਦੀ ਹੈ ਉਹ ਇੱਕ। ਹੋ ਗਿਆ ਕਲੀਅਰ? ਚਲੋ ਚੱਲਦੇ ਹਾਂ ਅੱਗੇ ਜੀ। ਆ ਤੁਹਾਨੂੰ ਪੂਰਾ ਕਲੀਅਰ ਇਹ ਕਰ ਹੀ ਚੁੱਕਿਆ ਮੈਂ। ਕੈਲੰਡਰ ਰਿਪੀਟ, ਇੱਕ ਤਾਂ ਹੁੰਦਾ ਨੋਰਮਲ ਕੈਲੰਡਰ ਰਿਪੀਟ, ਇੱਕ ਹੁੰਦੀ ਹੈ ਸੈਂਚਰੀ ਰਿਪੀਟ। ਠੀਕ ਹੈ, ਹੁਣ ਦੇਖੋ ਨੋਰਮਲ ਕੈਲੰਡਰ ਰਿਪੀਟ ਜਿਹੜਾ, ਇਹਨੂੰ ਤੁਸੀਂ ਕੀ ਕਰਨਾ ਹੈ, ਨੋਰਮਲ ਕੈਲੰਡਰ ਰਿਪੀਟ ਲੱਭਣ ਵਾਸਤੇ ਹੁਣ ਬਾਈ ਦੀ ਚਾਂਸ ਤੁਹਾਨੂੰ ਕੁਐਸਚਨ ਪੁੱਛਿਆ 2022 ਚੱਲ ਰਿਹਾ, 2022 ਦਾ ਕੈਲੰਡਰ ਕਦੋਂ ਰਿਪੀਟ ਹੋਏਗਾ। ਤੁਸੀਂ ਆਹ 2022 ਨੂੰ 4 ਨਾਲ ਡਿਵਾਈਡ ਕਰ ਦਿਓ। ਠੀਕ ਹੈ ਜੀ, ਲੀਪ ਈਅਰ ਨੂੰ ਕੱਢਣ ਵਾਸਤੇ ਤੁਸੀਂ ਹਮੇਸ਼ਾ 4 ਨਾਲ ਡਿਵਾਈਡ ਕਰਨਾ ਹੈ। ਵਿਸ਼ਮ ਦਿਨ ਔਡ ਡੇਜ਼ ਆਉਣਗੇ ਅੱਗੇ, ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ। ਜਿਸ ਟਾਈਮ ਤੁਸੀਂ ਉਹ ਕੱਢਣਾ ਹੈ ਤਾਂ ਤੁਸੀਂ 7 ਨਾਲ ਡਿਵਾਈਡ ਕਰਨਾ ਹੈ। ਇਹ ਤੁਸੀਂ ਇੱਕ ਜਗ੍ਹਾ ਆਪਣਾ ਨੋਟ ਕਰਕੇ ਰੱਖ ਲਿਓ। ਠੀਕ ਹੈ ਜੀ, ਤਾਂ ਹੁਣ ਤੁਸੀਂ 2022 ਨੂੰ 4 ਨਾਲ ਡਿਵਾਈਡ ਕਰਿਆ, ਤੁਹਾਡੇ ਕੋਲ ਕਿੰਨੇ ਦਿਨ ਬਚ ਗਏ, ਮਤਲਬ ਕਿੰਨਾ ਬਚ ਗਿਆ, ਇਹ 2 ਬਚਿਆ ਨਾ ਤੁਹਾਡੇ ਕੋਲੇ। ਤਾਂ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, 4 ਨਾਲ ਡਿਵਾਈਡ ਕਰਨ ਤੋਂ ਬਾਅਦ ਤੁਹਾਡੇ ਕੋਲੇ ਰਿਮਾਈਂਡਰ ਬਚੇਗਾ ਜਾਂ ਤਾਂ 1 ਜਾਂ 2 ਜਾਂ 3 ਜਾਂ ਫਿਰ 4 ਨਹੀਂ ਬਚੇਗਾ, ਤੁਹਾਡੇ ਕੋਲੇ 0 ਹੀ ਬਚੇਗਾ। ਠੀਕ ਹੈ ਜੀ, ਕਿਉਂਕਿ ਜਿਸ ਟਾਈਮ 4 'ਤੇ ਕਿਸੇ ਵੀ ਸੰਖਿਆ ਨੂੰ ਤੁਸੀਂ 4 ਨਾਲ ਵੰਡੋਗੇ ਤਾਂ ਰਿਮਾਈਂਡਰ ਤੁਹਾਡੇ ਕੋਲੇ 4 ਨਾਲ ਉਹ ਘਟੀ ਜਾਣਾ, 0 ਬਚਣਾ। ਜੇ ਤਾਂ ਤੁਹਾਡੇ ਕੋਲੇ ਰਿਮਾਈਂਡਰ ਬਚ ਗਿਆ 1, ਜਿਵੇਂ ਹੁਣ ਆਪਾਂ 2022 ਨੂੰ ਵੰਡਿਆ ਸੀ, 2022 ਨੂੰ 4 ਨਾਲ ਵੰਡਿਆ ਤਾਂ ਆਪਣੇ ਕੋਲੇ ਰਿਮਾਈਂਡਰ ਬਚਿਆ ਸੀ 2। ਠੀਕ ਹੈ ਜੀ, ਜੇ ਐਵੇਂ ਆਪਾਂ 2023 ਨੂੰ ਵੰਡ ਦਈਏ ਤਾਂ ਆਪਣੇ ਕੋਲ ਰਿਮਾਈਂਡਰ ਕਿੰਨਾ ਬਚੂਗਾ 3। ਜੇ 2025 ਨੂੰ ਵੰਡਾਂਗੇ ਤਾਂ ਆਪਣੇ ਕੋਲ ਰਿਮਾਈਂਡਰ ਕਿੰਨਾ ਬਚੂਗਾ 4 24 ਕਰਕੇ ਆਪਣੇ ਕੋਲੇ 1 ਰਿਮਾਈਂਡਰ ਬਚੂਗਾ। 1 2 3 ਜਾਂ 0 ਇਹੀ ਬਚਣਗੇ। ਜੇ ਤੁਹਾਡੇ ਕੋਲ ਰਿਮਾਈਂਡਰ ਬਚ ਜਾਂਦਾ ਹੈ 1 ਤਾਂ ਤੁਸੀਂ ਜਿਹੜਾ ਵੀ ਤੁਹਾਨੂੰ ਸਾਲ ਦਿੱਤਾ ਹੋਇਆ ਉਹਦੇ ਵਿੱਚ ਤੁਸੀਂ ਐਡ ਕਰ ਦੇਣਾ ਹੈ, ਉਹਦੇ ਵਿੱਚ ਤੁਸੀਂ ਐਡ ਕਰ ਦੇਣਾ ਹੈ 6। ਜੇ ਤੁਹਾਡੇ ਕੋਲ ਰਿਮਾਈਂਡਰ ਬਚ ਜਾਂਦਾ ਹੈ 2 ਤਾਂ ਉਹਦੇ ਵਿੱਚ ਤੁਸੀਂ 11 ਐਡ ਕਰ ਦੇਣਾ ਹੈ। ਜੇ ਬਚ ਜਾਂਦਾ ਹੈ 3 ਤਾਂ ਉਹਦੇ ਵਿੱਚ ਵੀ 11 ਐਡ ਕਰ ਦੇਣਾ ਹੈ, ਅਤੇ ਜੇ ਬਚ ਗਿਆ ਤੁਹਾਡੇ ਕੋਲ 0 ਤਾਂ ਤੁਸੀਂ ਉਹਦੇ ਵਿੱਚ 28 ਐਡ ਕਰਨਾ ਹੈ। ਠੀਕ ਹੈ ਜੀ, ਦੇਖੋ ਇੱਕ ਵਾਰ ਦੁਬਾਰਾ ਸਮਝੋ।
ਹੁਣ ਤੁਹਾਡੇ ਕੋਲੇ मतलब ਤੁਹਾਨੂੰ ਕਿਸੇ ਪੇਪਰ ਦੇ ਵਿੱਚ ਪੁੱਛ ਲਿਆ ਗਿਆ ਕਿ 2007 ਦਾ ਜਿਹੜਾ ਕੈਲੰਡਰ ਹੈ 2007 ਦਾ ਕੈਲੰਡਰ ਦੁਬਾਰਾ ਕਦੋਂ ਰਿਪੀਟ ਹੋਏਗਾ। 7 ਨੂੰ ਪਹਿਲਾਂ ਤੁਸੀਂ 4 ਨਾਲ ਵੰਡ ਦਿਓ। 7 ਨੂੰ ਜਿਸ ਟਾਈਮ 4 ਨਾਲ ਵੰਡੋਗੇ ਤੁਹਾਡੇ ਕੋਲੇ ਰਿਮਾਈਂਡਰ ਆ ਗਿਆ 3। 2007 ਦੇ ਵਿੱਚ ਨੋਰਮਲੀ ਤੁਸੀਂ 11 ਜੋੜ ਦਿਓ। 2018 ਦੇ ਵਿੱਚ ਇਹ ਜਿਹੜਾ ਕੈਲੰਡਰ ਹੈ ਉਹ ਰਿਪੀਟ ਹੋ ਜਾਊਗਾ। ਠੀਕ ਹੈ ਜੀ, मतलब कि ਜੇ ਤਾਂ ਬਚਿਆ 1 ਤਾਂ 6 ਜੋੜ ਦਿਓ, ਜੇ ਬਚਿਆ 2 ਤਾਂ 11 ਜੋੜ ਦਿਓ, ਜੇ 3 ਬਚਿਆ ਤਾਂ ਵੀ 11 ਜੋੜ ਦਿਓ, ਅਤੇ ਜੇ ਬਚਿਆ 0 ਤਾਂ ਉਹਦੇ ਵਿੱਚ 28 ਜੋੜ ਦਿਓ। ਠੀਕ ਹੈ ਜੀ, 6 11 11 ਅਤੇ 28 ਨੋਰਮਲ ਇਹੀ ਹੈ। ਤੁਹਾਨੂੰ ਕੈਲੰਡਰ ਜਿਹੜਾ ਰਿਪੀਟ ਆ ਉਹ ਪਤਾ ਲੱਗ ਜਾਣਾ। ਇਹ ਤਾਂ ਹੋ ਗਿਆ ਕੈਲੰਡਰ ਰਿਪੀਟ। ਬਾਈ ਦੀ ਚਾਂਸ ਕਦੇ ਕਦੇ ਸ਼ਤਾਬਦੀ ਸੈਂਚੁਰੀ ਰਿਪੀਟ ਵੀ ਪੁੱਛ ਲੈਂਦਾ, ਤਾਂ ਹਰੇਕ 4 ਸਾਲਾਂ ਬਾਅਦ ਜਿਹੜੀ ਸ਼ਤਾਬਦੀ ਉਹ ਰਿਪੀਟ ਹੋ ਜਾਂਦੀ ਹੈ। ਇਹਦੇ ਵਿੱਚ ਐਵੇਂ ਦਾ ਕੁਐਸਚਨ ਬਣ ਜਾਂਦਾ ਜਿਵੇਂ ਤੁਹਾਨੂੰ ਪੁੱਛ ਲਿਆ ਕਿ 5 ਦਸੰਬਰ ਪੁੱਛ ਲਿਆ। ਮੰਨ ਲਓ ਤੁਹਾਨੂੰ 5 ਦਸੰਬਰ 2014 ਨੂੰ ਮੰਡੇ ਸੀ, ਉਹਨੇ ਕਿਹਾ 5 ਦਸੰਬਰ 2014 ਨੂੰ ਮੰਡੇ ਸੀ। ਠੀਕ ਹੈ ਜੀ, ਉਹਨੇ ਦੁਬਾਰਾ ਫਿਰ ਇਹੀ ਸੇਮ ਡੇਟ ਦੇ ਦਿੱਤੀ ਕਿ 5 ਦਸੰਬਰ 2414 ਨੂੰ 5 ਦਸੰਬਰ 2414 ਨੂੰ ਕੀ ਦਿਨ ਹੋਵੇਗਾ। ਤਾਂ ਇੰਨਾ ਲੰਬਾ ਗੈਪ ਤੁਸੀਂ ਸੋਚਾਂ ਦੇ ਵਿੱਚ ਪੈ ਜਾਣਾ ਯਾਰ, ਸੋਲਵ ਕਰਨਾ ਹੋਊਗਾ। ਇਹਦੇ ਵਿੱਚ ਹੋਰ ਕੁਛ ਨਹੀਂ, ਤੁਸੀਂ ਸਿਰਫ ਇਹੀ ਦੇਖੋ ਕਿ ਡੇਟ ਸੇਮ ਦਿੱਤੀ ਹੈ ਨਾ, 400 ਸਾਲ ਦਿੱਤਾ ਹੋਇਆ ਉਹਨੇ। 400 ਸਾਲ ਦਾ ਮਤਲਬ ਕਿ ਮੰਡੇ ਹੀ ਹੋਏਗਾ। ਅਤੇ ਜੇ ਹੋ ਸਕਦਾ ਉਹਨੇ 1-2 ਦਿਨ ਅੱਗੇ ਪਿੱਛੇ ਵੀ ਕਰਕੇ ਦਿੱਤਾ ਹੋਣਾ ਤਾਂ ਤੁਹਾਨੂੰ ਕਲੀਅਰ ਹੋ ਜਾਣਾ, ਕਿਉਂਕਿ ਤੁਹਾਨੂੰ ਪਤਾ ਕਿ 400 ਸਾਲ ਦਾ ਗੈਪ ਬਿਲਕੁਲ ਆ ਰਿਹਾ। ਜੇ ਹੁਣ ਇੱਥੇ 4 ਦੀ ਜਗ੍ਹਾ 'ਤੇ 5 ਦੀ ਜਗ੍ਹਾ 'ਤੇ ਇੱਥੇ ਤੁਹਾਨੂੰ 4 ਦਸੰਬਰ ਦੇਤਾ, ਤਾਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਉਸ ਦਿਨ ਇੱਥੇ ਉਹਨੇ ਮੰਡੇ ਦਿੱਤਾ ਤਾਂ ਇਹ ਮੰਡੇ ਤੋਂ 1 ਦਿਨ ਪਿੱਛੇ ਸੰਡੇ ਹੋਣਾ। ਠੀਕ ਹੈ ਜੀ, ਮਤਲਬ ਕਿ ਨੋਰਮਲ ਗੱਲ ਇਹ ਹੈ ਕਿ ਜਿਹੜੀ ਸੈਂਚੁਰੀ ਹੈ, ਜਿਹੜੀ ਸ਼ਤਾਬਦੀ ਹੈ, ਉਹ ਹਰੇਕ 400 ਸਾਲਾਂ ਬਾਅਦ ਰਿਪੀਟ ਹੁੰਦੀ ਹੈ। ਠੀਕ ਹੈ, ਹੁਣ ਤੁਸੀਂ ਸੈਂਚੁਰੀ ਦੇ ਵਿੱਚ ਔਡ ਦਿਨ ਦੇਖੋ। ਪਹਿਲਾਂ ਔਡ ਵਿਸ਼ਮ ਡੇਜ਼ ਕਹਿੰਦੇ, ਜਿਹਨਾਂ ਨੂੰ ਵਿਸ਼ਮ ਦਿਨ ਕਹਿੰਦੇ ਆ, ਔਡ ਡੇਜ਼। ਔਡ ਡੇਜ਼ ਕੱਢਣ ਵਾਸਤੇ ਆਪਾਂ ਹਮੇਸ਼ਾ 7 ਨਾਲ ਡਿਵਾਈਡ ਕਰਦੇ ਹਾਂ। ਜਿਵੇਂ ਕਦੇ ਕਦੇ ਪੇਪਰ ਦੇ ਵਿੱਚ ਕੁਐਸਚਨ ਨੋਰਮਲੀ ਐਵੇਂ ਵੀ ਪੁੱਛਿਆ ਜਾਂਦਾ ਵੀ 76, ਮੰਨ ਲਓ ਤੁਹਾਨੂੰ ਪੁੱਛ ਲਿਆ ਕਿ 76 ਦੇ ਵਿੱਚ ਔਡ ਡੇ ਦੱਸੋ ਕਿੰਨੇ ਨੇ। ਠੀਕ ਆ, ਔਡ ਡੇ ਜਾਂ ਵਿਸ਼ਮ ਦਿਨ ਤੁਹਾਨੂੰ ਕਹਿਤਾ ਕਿੰਨੇ ਨੇ। ਕੁਛ ਨਹੀਂ ਕਰਨਾ, ਇਹਨੂੰ ਨੋਰਮਲੀ 7 'ਤੇ ਡਿਵਾਈਡ ਕਰ ਦਿਓ। 6 ਵੱਜ ਜਾਣਾ ਤੁਹਾਡੇ ਕੋਲੇ। 6 ਦੇ ਵਿੱਚ ਕੀ ਨੇ, ਔਡ ਦਿਨ ਨੇ। ਠੀਕ ਹੈ, ਕਦੇ ਕਦੇ ਐਵੇਂ ਪੁੱਛ ਲਿਆ ਜਾਂਦਾ ਵੀ ਜਨਵਰੀ ਮਹੀਨੇ ਦੇ ਵਿੱਚ ਕਿੰਨੇ ਔਡ ਡੇ ਹੋਣਗੇ ਜਾਂ ਵਿਸ਼ਮ ਦਿਨ ਹੋਣਗੇ। 7 'ਤੇ ਡਿਵਾਈਡ ਕਰੋਗੇ, 7 ਚੌਕਾ 28 ਤਾਂ 3 ਹੀ ਬਚਣਾ। ਠੀਕ ਹੈ ਜੀ, ਫਰਵਰੀ ਮਹੀਨੇ ਦੇ ਵਿੱਚ ਤੁਹਾਡੇ ਕੋਲੇ 0 ਵੀ ਬਚ ਸਕਦਾ, 1 ਵੀ ਬਚ ਸਕਦਾ, ਕਿਉਂਕਿ ਜਿਹੜੇ ਨੋਰਮਲ ਸਾਲ ਹੁੰਦੇ ਨੇ, ਨੋਰਮਲ ਸਾਲਾਂ ਦੇ ਵਿੱਚ ਫਰਵਰੀ 28 ਦਿਨ ਦੀ ਹੁੰਦੀ ਆ। 7 ਚੌਕਾ 28 ਉਹ ਸਿੱਧੀ 7 'ਤੇ ਕੱਟ ਜਾਂਦੀ ਹੈ। 7 'ਤੇ ਕੱਟਣ ਦਾ ਮਤਲਬ ਇਹ ਹੈ ਕਿ ਹਫ਼ਤੇ ਦੇ ਵਿੱਚ 7 ਦਿਨ ਹੁੰਦੇ ਨੇ। ਠੀਕ ਹੈ ਜੀ, ਤਾਂ ਕਰਕੇ ਅਸੀਂ ਇਹਨੂੰ 7 'ਤੇ ਡਿਵਾਈਡ ਕਰਦੇ ਹਾਂ। ਅਤੇ ਜਿਹੜਾ ਅਸੀਂ ਲੀਪ ਈਅਰ ਦਾ ਜਿਹੜਾ 4 'ਤੇ ਡਿਵਾਈਡ ਕਰਦੇ ਹਾਂ, ਉਹਦਾ ਵੀ ਕਾਰਨ ਇਹੀ ਹੈ ਕਿਉਂਕਿ ਹਰੇਕ ਮੈਕਸੀਮਮ ਲਗਭਗ ਹਰੇਕ 3 ਸਾਲਾਂ ਬਾਅਦ ਚੌਥੇ ਸਾਲ ਦੇ ਵਿੱਚ ਜਿਹੜਾ ਉਹ ਦਿਨ ਆ ਇੱਕ ਐਕਸਟਰਾ ਐਡ ਹੋ ਜਾਂਦਾ ਫਰਵਰੀ ਦੇ ਵਿੱਚ, ਤਾਂ ਕਰਕੇ ਅਸੀਂ 4 'ਤੇ ਡਿਵਾਈਡ ਕਰਦੇ ਹਾਂ। ਇਹਦੇ ਵਿੱਚ 7 'ਤੇ ਡਿਵਾਈਡ ਕਰਦੇ ਹਾਂ ਕਿਉਂਕਿ ਹਫ਼ਤੇ ਦੇ ਵਿੱਚ 7 ਹੀ ਦਿਨ ਹੁੰਦੇ ਨੇ। ਠੀਕ ਹੈ ਜੀ, ਹੁਣ ਜੇ ਤਾਂ ਨੋਰਮਲ ਸਾਲ ਹੈ ਉਹਦੇ ਵਿੱਚ ਫਰਵਰੀ 28 ਦਿਨ ਦੀ ਹੋਊਗੀ, ਉਹਦੇ ਵਿੱਚ ਰਿਮਾਈਂਡਰ ਫਰਵਰੀ ਦਾ ਤੁਹਾਡੇ ਕੋਲ 0 ਬਚੂਗਾ। ਪਰ ਜੇ ਉਹ ਲੀਪ ਈਅਰ ਹੈ ਤਾਂ ਤੁਹਾਡੇ ਕੋਲ ਫਰਵਰੀ ਦਾ 1 ਦਿਨ ਐਕਸਟਰਾ ਐਡ ਹੋ ਜਾਊਗਾ। ਠੀਕ ਹੈ ਜੀ, ਫਿਰ ਫਰਵਰੀ ਦਾ ਵੀ ਇੱਕ ਰਿਮਾਈਂਡਰ ਮਤਲਬ ਔਡ ਡੇ ਬਚੂਗਾ। ਮਾਰਚ 31 ਦਾ ਹੁੰਦਾ, ਉਹਦੇ 'ਚ 3 ਵੱਜ ਜਾਣਗੇ। ਅਪ੍ਰੈਲ 'ਚ 2, ਮਈ 'ਚ 3, ਜੂਨ 'ਚ 2, ਜੁਲਾਈ 'ਚ 3। ਜੁਲਾਈ ਅਤੇ ਅਗਸਤ ਦੋਨਾਂ ਦੇ ਵਿੱਚ 3 ਆਉਂਦੇ ਨੇ, ਇਹ ਤੁਸੀਂ ਯਾਦ ਰੱਖਿਓ। ਇਹ ਕਿਉਂਕਿ ਇਹ ਦੋਨੋਂ ਹੀ 31 ਦਿਨ ਦੇ ਹੁੰਦੇ ਨੇ। ਸਤੰਬਰ ਦੇ ਵਿੱਚ 2, ਅਕਤੂਬਰ 'ਚ 3, ਨਵੰਬਰ 'ਚ 2, ਦਸੰਬਰ 'ਚ 3। ਹਰੇਕ ਮਹੀਨੇ ਦੇ ਵਿੱਚ ਇਹ ਇੰਨੇ ਜਿਹੜੇ ਔਡ ਡੇਜ਼ ਨੇ ਇਹ ਹੁੰਦੇ ਨੇ। ਕੁਛ ਟੀਚਰਸ ਪੜ੍ਹਾਉਂਦੇ ਨੇ, ਉਹ ਟ੍ਰਿਕਾਂ ਵਗੈਰਾ ਦੱਸਦੇ ਨੇ, ਜਿਵੇਂ ਵੀ ਇਹ ਕੋਡ ਯਾਦ ਰੱਖੋ ਮਹੀਨੇ ਦਾ, ਜਿਵੇਂ ਕਦੇ ਕਦੇ ਡੇਟ ਕੱਢਣ ਦੇ ਲਈ ਤੁਸੀਂ ਆਹ ਕੋਡ ਯਾਦ ਰੱਖੋ ਜਨਵਰੀ ਦੇ ਲਈ, ਆਹ ਕੋਡ ਯਾਦ ਰੱਖੋ ਫਰਵਰੀ ਦੇ ਲਈ। ਕੋਈ ਕੋਡ ਯਾਦ ਕਰਨ ਦੀ ਕੋਈ ਲੋੜ ਨਹੀਂ, ਦਿਮਾਗ 'ਤੇ ਜ਼ਿਆਦਾ ਪ੍ਰੈਸ਼ਰ ਨਹੀਂ ਪਾਉਣਾ। ਨੋਰਮਲੀ ਗੱਲ ਇਹੀ ਹੈ ਕਿ ਫਰਵਰੀ 31 ਦਿਨ ਦੀ ਹੁੰਦੀ ਹੈ। ਜੇ 7 'ਤੇ ਡਿਵਾਈਡ ਕਰੋਗੇ ਤਾਂ 28 ਕੱਟ ਕੇ ਤੁਹਾਡੇ ਕੋਲ 3 ਔਡ ਡੇਜ਼ ਬਚ ਜਾਣੇ ਨੇ ਜਨਵਰੀ ਦੇ ਵਿੱਚ। ਫਰਵਰੀ ਦੇ ਤੁਹਾਡੇ ਕੋਲ 1 ਵੱਜ ਜਾਣਾ ਜਾਂ ਕੋਈ ਵੀ ਨਹੀਂ ਬਚਣਾ। ਮਾਰਚ ਫਿਰ 31 ਦਾ ਹੈ, ਉਹਦੇ 3 ਵੱਜ ਜਾਣਗੇ। ਅਪ੍ਰੈਲ 30 ਦਾ ਹੈ, ਉਹਦੇ 2 ਵੱਜ ਜਾਣਗੇ। ਸਿੰਪਲ ਜੀ ਗੱਲ ਹੈ, ਇਹ ਯਾਦ ਰੱਖ ਲਓ। ਕੋਡ ਜ਼ਿਆਦਾ ਯਾਦ ਰੱਖੋਗੇ, ਟ੍ਰਿਕਾਂ ਨਾਲ ਕੁਛ ਕੁਐਸਚਨ ਤਾਂ ਸੋਲਵ ਹੋ ਜਾਂਦੇ ਨੇ, ਕੌਨਸੈਪਟ ਕਲੀਅਰ ਨਹੀਂ ਹੁੰਦਾ। ਠੀਕ ਹੈ ਜੀ, ਚੱਲਦੇ ਹਾਂ ਅੱਗੇ। ਠੀਕ ਹੈ, ਅਤੇ ਇਹ ਵਿਸ਼ਮ ਦਿਨ ਮੈਂ ਤੁਹਾਨੂੰ ਮੈਂ ਸਮਝਾਈ ਚੁੱਕਿਆ। ਜਿੰਨੇ ਵੀ ਦਿਨ ਜਾਂ ਜਿਹੜਾ ਵੀ ਮਹੀਨਾ ਤੁਹਾਨੂੰ ਦਿੱਤਾ ਹੋਇਆ ਉਹਨੂੰ ਤੁਸੀਂ 7 'ਤੇ ਡਿਵਾਈਡ ਕਰੋਗੇ ਤਾਂ ਜਿਹੜਾ ਵੀ ਤੁਹਾਡੇ ਕੋਲ ਬਚ ਗਿਆ ਉਹ ਜਿਹੜੇ ਵਿਸ਼ਮ ਦਿਨ ਨੇ ਨਿਕਲ ਆਉਣਗੇ। ਠੀਕ ਹੈ ਜੀ, ਸ਼ਤਾਬਦੀ ਦੇ ਵਿੱਚ ਵਿਸ਼ਮ ਦਿਨ ਇਹ ਥੋੜ੍ਹੇ ਜਿਹੇ ਸਮਝਣ ਦੀ ਲੋੜ ਆ। 100 ਸਾਲ ਦੇ ਵਿੱਚ 5 ਦਿਨ ਔਡ ਹੁੰਦੇ ਨੇ, 200 ਦੇ ਵਿੱਚ 3, 300 ਦੇ ਵਿੱਚ 1 ਅਤੇ 400 ਦੇ ਵਿੱਚ 0। ਸਮਝੋ ਕਿਵੇਂ। 100 ਸਾਲਾਂ ਦੇ ਵਿੱਚ ਲੀਪ ਦੇ ਸਾਲ ਕਿੰਨੇ ਹੁੰਦੇ ਨੇ? 24 ਹੁੰਦੇ ਨੇ, ਕਿਉਂਕਿ 100 ਤਾਂ ਸੈਂਚੁਰੀ ਆ ਗਿਆ, 100 ਨੂੰ ਤਾਂ ਆਪਾਂ ਕਰ ਨਹੀਂ ਸਕਦੇ, ਕੱਟ ਨਹੀਂ ਸਕਦੇ। ਠੀਕ ਹੈ ਜੀ, ਇਹ ਹੁੰਦੇ ਨੇ 24।
24 दूनी 48 दिन ਤਾਂ ਆਪਣੇ ਕੋਲੇ ਇਹਨਾਂ ਦੇ ਬਚ ਗਏ। ਤੇ ਉਸ ਤੋਂ ਬਾਅਦ 99 ਚੋਂ ਜਿਸ ਟਾਈਮ ਆਪਾਂ 24 ਮਾਈਨਸ ਕਰਿਆ ਤਾਂ ਆਪਣੇ ਕੋਲੇ ਕਿੰਨੇ 75 ਬਚੇ ਨਾ, 75 ਇਹ ਬਚ ਗਿਆ ਆਪਣੇ ਕੋਲੇ। ਠੀਕ ਹੈ ਜੀ। ਤੇ ਸੈਂਚਰੀ ਦਾ ਇੱਕ ਦਿਨ ਆਪਣੇ ਕੋਲੇ ਇਹ ਬਚ ਗਿਆ। ਟੋਟਲ ਆਪਣੇ ਕੋਲੇ ਕਿੰਨੇ ਹੋ ਗਏ ਇਹ? ਜੇ ਤਾਂ ਸਾਰਿਆਂ ਨੂੰ ਪਲੱਸ ਕਰਕੇ ਫਿਰ 7 ਡਿਵਾਈਡ ਕਰਨਾ ਤਾਂ ਉਵੇਂ ਵੀ ਕਰ ਸਕਦੇ ਹੋ। ਜੇ ਸਾਰਿਆਂ ਨੂੰ ਪਲੱਸ ਕਰਨ ਨਾਲੋਂ ਜੇ ਥੋੜ੍ਹਾ ਜਿਹਾ ਦਿਮਾਗ ਤੋਂ ਕੰਮ ਲੈ ਲਓਗੇ ਤਾਂ ਨੋਰਮਲੀ ਇਹ ਐਵੇਂ ਵੀ ਕੱਟੇ ਜਾਣਗੇ। ਆਹ 48 ਨੇ, ਆਹ ਇੱਕ ਹੈ 48 ਤੇ ਇੱਕ 49, 7 ਤੇ ਸਿੱਧਾ ਗਿਆ, 7 7 49। ਉਸ ਤੋਂ ਬਾਅਦ ਬਚਿਆ ਤੁਹਾਡੇ ਕੋਲੇ 75 ਨੂੰ 7 ਤੇ ਵੰਡੋਗੇ ਤਾਂ 10 ਮਤਲਬ 7 ਤੇ ਕੱਟਿਆ ਤਾਂ 10 7 70, 5 ਤੁਹਾਡੇ ਕੋਲੇ ਬਚ ਗਏ। ਠੀਕ ਹੈ ਜੀ। 100 ਸਾਲ ਦੇ ਵਿੱਚ ਇਹ 5 ਦਿਨ ਜਿਹੜੇ ਔਡ ਹੁੰਦੇ ਨੇ। ਜੇ ਤੁਸੀਂ ਐਵੇਂ ਕਾਊਂਟ ਕਰਕੇ ਦੇਖਣਾ ਤੁਸੀਂ ਐਵੇਂ ਵੀ ਦੇਖ ਸਕਦੇ ਹੋ। 100 ਦੇ ਵਿੱਚ 24 ਤਾਂ ਹੋ ਗਏ ਤੁਹਾਡੇ ਲੀਪ ਈਅਰ, ਇਹਨਾਂ ਦੇ ਹੋ ਗਏ ਤੁਹਾਡੇ ਕੋਲੇ 88 ਦਿਨ, ਸੌਰੀ 48 ਦਿਨ, ਇਹਨਾਂ ਦੇ 48 ਦਿਨ ਹੋ ਗਏ ਤੁਹਾਡੇ ਕੋਲੇ। ਅਤੇ ਉਸ ਤੋਂ ਬਾਅਦ ਤੁਹਾਡੇ ਕੋਲੇ 75 ਬਚ ਗਏ ਨੋਰਮਲ ਈਅਰ, ਇੱਕ ਬਚ ਗਿਆ ਸੈਂਚਰੀ ਈਅਰ। ਠੀਕ ਆ। ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਜੋੜੋਗੇ 14 12 124। ਠੀਕ ਹੈ ਜੀ। 124 ਨੂੰ 4 ਤੇ ਵੰਡੋਗੇ, ਸੌਰੀ 7 ਤੇ ਵੰਡੋਗੇ ਤਾਂ ਫਿਰ ਵੀ ਤੁਹਾਡਾ 119 ਕੱਟ ਜਾਣਾ ਹੈ। ਤੁਹਾਡੇ ਕੋਲੇ ਫਿਰ ਵੀ 5 ਹੀ ਔਡ ਦਿਨ ਨੇ ਜਿਹੜੇ ਉਹ ਬਚਣੇ ਨੇ। ਠੀਕ ਹੈ ਜੀ। ਮਤਲਬ ਕਿ ਇੱਕ ਸੈਂਚਰੀ ਜਿਹੜੇ 100 ਸਾਲ ਹੁੰਦੇ ਨੇ, 100 ਸਾਲ ਦੇ ਵਿੱਚ ਔਡ ਦਿਨ 5 ਹੁੰਦੇ ਨੇ। ਹੁਣ ਉਹ ਹਿਸਾਬ ਨਾਲ ਪਹਿਲੇ 100 ਸਾਲਾਂ ਦੇ ਵਿੱਚ 5 ਹੋ ਗਏ ਤਾਂ ਅਗਲੇ 2 ਸਾਲਾਂ ਦੇ ਵਿੱਚ 10 ਹੋਣੇ ਚਾਹੀਦੇ ਨੇ। ਠੀਕ ਹੈ ਜੀ। ਹੁਣ ਜਦੋਂ ਆਪਾਂ 10 ਨੂੰ 7 ਤੇ ਵੰਡ ਦਿੰਦੇ ਹਾਂ ਤਾਂ ਆਪਣੇ ਕੋਲੇ 3 ਰਿਮਾਈਂਡਰ ਵੱਜ ਜਾਂਦਾ, ਉਹ 3 ਔਡ ਡੇ ਇੱਥੇ ਆ ਜਾਂਦੇ ਨੇ। ਐਵੇਂ 300 ਦੇ ਵਿੱਚ ਜਿਹੜੀ 300ਵੀਂ ਸੈਂਚਰੀ ਆ, 300 ਦੇ ਵਿੱਚ ਜਿਹੜੇ ਔਡ ਡੇ ਨੇ ਇਹ ਕਿੰਨੇ ਹੋਣੇ ਚਾਹੀਦੇ ਨੇ? 5 30 15 ਹੋਣੇ ਚਾਹੀਦੇ ਨੇ। ਪਰ ਜਦੋਂ 15 ਨੂੰ ਆਪਾਂ 7 ਦੇ ਵੰਡ ਦਿੰਦੇ ਹਾਂ, 7 ਦੂਣੀ 14, ਫਿਰ ਆਪਣੇ ਕੋਲੇ 1 ਵੱਜ ਜਾਂਦਾ ਹੈ। 400। ਹੁਣ 400 ਦਾ ਦੇਖੋ ਨੋਰਮਲੀ ਤਾਂ ਕਿਉਂਕਿ ਇੱਥੇ 5, ਇੱਥੇ 10, ਇੱਥੇ 15, ਇੱਥੇ 20, 400 ਦੇ ਵਿੱਚ 20 ਹੋਣੇ ਚਾਹੀਦੇ ਨੇ, ਹੈ ਨਾ। 400 ਦੇ ਵਿੱਚ 20 ਔਡ ਡੇ ਹੋਣੇ ਚਾਹੀਦੇ ਨੇ। ਪਰ 400 ਖੁਦ ਵੀ ਇੱਕ ਲੀਪ ਈਅਰ ਹੈ, ਤਾਂ ਕਰਕੇ ਲੀਪ ਈਅਰ ਜਿਹੜਾ 400 ਦਾ ਲੀਪ ਈਅਰ ਹੈ ਇਹਦਾ ਆਪਣੇ ਕੋਲੇ ਇੱਕ ਦਿਨ ਹੋਰ ਜੁੜ ਜੂਗਾ। ਇਹਦੇ ਹੋ ਜਾਣਗੇ ਆਪਣੇ ਕੋਲੇ 21। ਜਦੋਂ 21 ਨੂੰ 7 ਤੇ ਵੰਡਾਂਗੇ ਤਾਂ ਇਹ ਸਿੱਧਾ ਕੱਟ ਜਾਣਾ, ਤਾਂ ਆਪਣੇ ਕੋਲੇ ਇਹਦਾ ਔਡ ਡੇ ਬਚਣਾ ਹੈ 0। ਠੀਕ ਹੈ ਜੀ। ਇੱਕ ਚੀਜ਼ ਹੋਰ ਨੋਟ ਰੱਖਿਓ, ਇਹ ਜਿੰਨੇ ਵੀ ਨੇ ਇਹਦੇ ਵਿੱਚ ਲੀਪ ਈਅਰ ਹੋਣਗੇ 24, ਇਹਦੇ ਵਿੱਚ ਵੀ ਹੋਣਗੇ 200 'ਚ ਵੀ, 100 'ਚ ਵੀ 24, 200 'ਚ ਵੀ, 300 'ਚ ਵੀ 24। ਪਰ ਜਿਹੜੇ ਵੀ ਲੀਪ ਸੈਂਚਰੀਆਂ ਨੇ ਜਿਵੇਂ 400 ਹੋ ਗਿਆ ਜਾਂ 800 ਹੋ ਗਿਆ, 1200, 1600, 2000, 2400, ਇਹਨਾਂ ਸਾਰਿਆਂ ਦੇ ਵਿੱਚ ਲੀਪ ਈਅਰ ਨੇ ਜਿਹੜੇ ਉਹ 25 ਹੋਣਗੇ। ਬਾਕੀ ਜਿੰਨੇ ਨੋਰਮਲ ਈਅਰ ਨੇ ਸਾਰਿਆਂ ਦੇ ਵਿੱਚ 24 ਲੀਪ ਈਅਰ ਹੋਣਗੇ। ਕਲੀਅਰ? ਇਹਦੇ ਸਾਰੇ ਦੇ ਨੋਟਸ ਬਣਾ ਲਿਓ, ਨਹੀਂ ਤਾਂ ਬਾਰ-ਬਾਰ ਵੀਡੀਓ ਦੇਖਣੀ ਪੈਣੀ। ਜਿਹੜੇ ਬੱਚੇ ਨੋਟਸ ਬਣਾਉਣ ਦੇ ਵਿੱਚ ਕੰਜੂਸੀ ਕਰਨਗੇ ਉਹ ਇਹਨੂੰ ਇੱਕ ਵਾਰ ਦੁਬਾਰਾ ਤੋਂ ਦੇਖ ਲਿਓ, ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਣਾ। ਠੀਕ ਹੈ ਜੀ। ਹੁਣ ਚੱਲਦੇ ਹਾਂ, ਇੱਕ ਐਵੇਂ ਦੇ ਕੁਐਸਚਨ ਆਉਂਦੇ ਨੇ, ਤਰੀਕ ਡਾਇਰੈਕਟ ਤਰੀਕ ਦੇ ਦਿੱਤੀ ਜਾਂਦੀ ਹੈ ਕਿ ਦੱਸੋ ਉਸ ਦਿਨ ਕੀ ਸੀ। ਅਸਲੀ ਦਿਨ ਫਾਈਂਡ ਕਰਨਾ। ਤੁਸੀਂ ਨੋਰਮਲੀ ਆਪਣੀ ਡੇਟ ਆਫ ਬਰਥ ਜਾਂ ਆਪਣੇ ਪੇਰੈਂਟਸ ਦੀ ਡੇਟ ਆਫ ਬਰਥ ਜਾਂ ਜਿਵੇਂ 1947 ਦੇ ਵਿੱਚ 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਦੋਂ, ਜਾਂ ਤੁਸੀਂ ਕਿਸੇ ਵੀ ਦਿਨ ਨੂੰ ਕੱਢਣਾ ਹੋਵੇ ਤਾਂ ਨੋਰਮਲੀ ਕੱਢ ਕੇ ਦੇਖ ਸਕਦੇ ਹੋ। ਬੇਸ਼ੱਕ ਤੁਸੀਂ ਅੱਜ ਦਾ ਦਿਨ ਕੱਢ ਕੇ ਦੇਖ ਲਿਓ। ਠੀਕ ਹੈ ਜੀ। ਨੋਰਮਲ ਇਹ ਜਿਹੜਾ ਆਊਗਾ ਇਹ ਪੂਰੀ ਤਰ੍ਹਾਂ ਜਿਹੜਾ ਐਕੂਰੇਟ ਆ ਉਹੀ ਆਉਣਾ। ਠੀਕ ਹੈ ਜੀ। ਹੁਣ ਜਿਸ ਟਾਈਮ ਤੁਸੀਂ ਹੁਣ ਆਪਾਂ ਸੈਂਚਰੀ ਜਿਸ ਟਾਈਮ ਪਿੱਛੇ ਵੀ ਤੁਹਾਨੂੰ ਮੈਂ ਸੈਂਚਰੀ ਦਾ ਵੀ ਕਰਵਾਇਆ, ਔਡ ਡੇਜ਼ ਕਿੰਨੇ ਵੱਜਦੇ ਨੇ, ਕਿਵੇਂ ਵੱਜਦੇ ਨੇ, ਉਸੇ ਤਰ੍ਹਾਂ ਮੈਂ ਤੁਹਾਨੂੰ ਮਤਲਬ ਮਹੀਨਿਆਂ ਦਾ ਵੀ ਕਰਵਾਤਾ। ਹੁਣ ਦੇਖੋ ਇਹ ਆਪਣੇ ਕੋਲ 19ਵੀਂ ਸੈਂਚਰੀ ਹੈ ਨਾ, 1900। ਉਸ ਤੋਂ ਬਾਅਦ ਦੂਜਾ ਕੀ ਆਪਣੇ ਕੋਲੇ 1996, ਇੱਕ ਆਹ 1996 ਆ। ਤੁਸੀਂ ਪਹਿਲਾਂ 1900 ਦੇ ਕਿੰਨੇ ਔਡ ਡੇ ਬਚਣਗੇ, ਇਹਨੂੰ 400 ਤੇ ਵੰਡਤਾ ਕਿਉਂਕਿ ਉਹੀ ਰਿਪੀਟ ਹੁੰਦਾ ਰਹੂਗਾ 100 200 300 400। ਉਸ ਤੋਂ ਬਾਅਦ 500 ਦੇ ਵਿੱਚ ਫਿਰ 5 ਦਿਨ, 600 ਦੇ ਵਿੱਚ ਫਿਰ 3 ਦਿਨ, 700 ਦੇ ਵਿੱਚ ਫਿਰ 1 ਦਿਨ, 800 ਦੇ ਵਿੱਚ ਫਿਰ 0, ਉਵੇਂ 900 ਦੇ ਵਿੱਚ ਫਿਰ 5 ਦਿਨ, 1000 ਦੇ ਵਿੱਚ 3 ਦਿਨ, 1100 ਦੇ ਵਿੱਚ ਫਿਰ 1 ਦਿਨ, ਉਵੇਂ ਚੱਲਦਾ ਰਹਿਣਾ। ਇਸੇ ਤਰ੍ਹਾਂ ਹੀ ਇੱਥੇ ਆਪਣੇ ਕੋਲੇ 1900 ਨੂੰ ਜਿਸ ਟਾਈਮ ਕੱਟਾਂਗੇ ਬਚੂਗਾ 300, ਤਾਂ 300 ਦੇ ਆਪਣੇ ਕੋਲੇ ਔਡ ਡੇ ਕਿੰਨੇ ਵੱਜ ਜਾਣਗੇ? 1 ਡੇ ਵੱਜ ਜੂਗਾ। ਠੀਕ ਹੈ ਜੀ। ਇਹਦਾ ਆਪਣੇ ਕੋਲੇ ਇੱਕ ਔਡ ਦਿਨ ਆ ਜਿਹੜਾ ਉਹ ਵਿਸ਼ਮ ਦਿਨ ਬਚ ਗਿਆ। ਇੱਕ ਵਿਸ਼ਮ ਦਿਨ ਆਪਣੇ ਕੋਲੇ ਇਹਦਾ ਜਿਹੜਾ 1900 ਦਾ ਬਚ ਗਿਆ, 19ਵੀਂ ਸੈਂਚਰੀ ਦਾ ਮਤਲਬ। ਠੀਕ ਹੈ ਜੀ। ਹੁਣ ਆਪਾਂ 1996 ਤੱਕ ਨਹੀਂ ਦੇਖਣਾ, ਆਪਾਂ 1995 ਤੱਕ ਦੇਖਣਾ ਹੈ। 1995 ਤੱਕ ਆਪਾਂ ਦੇਖਣਾ ਕਿ ਜਿਹੜਾ, ਕਿਉਂਕਿ 96 ਦੀ ਤਾਂ ਆਪਾਂ 26 ਫਰਵਰੀ ਕੱਢਣੀ ਹੈ।
96 ਦੀ 26 ਫਰਵਰੀ ਤਾਂ ਆਪਾਂ ਕੱਢਣੀ ਹੈ, ਤਾਂ ਕਰਕੇ 96 ਨੂੰ ਨਹੀਂ ਛੇੜਾਂਗੇ ਆਪਾਂ। 1995 ਤੱਕ ਦੇਖਾਂਗੇ ਕਿੰਨੇ ਇਹਦੇ ਵਿੱਚ ਲੀਪ ਈਅਰ ਆਉਂਦੇ ਨੇ। ਇਹਦੇ ਵਿੱਚ ਲੀਪ ਈਅਰ ਕਿੰਨੇ ਆ ਜਾਣਗੇ? 24 ਚੌਕੇ 96, 23 ਚੌਕੇ 92, ਠੀਕ ਹੈ ਜੀ। 23 ਲੀਪ ਈਅਰ ਆ ਜਾਣਗੇ ਆਪਣੇ ਕੋਲ। 23 ਦੂਣੀ 46 ਦਿਨ ਆਪਣੇ ਕੋਲ ਬਚ ਜਾਣਗੇ ਇਹਦੇ, ਮਤਲਬ ਜਿਹੜਾ ਮੇਨ ਈਅਰ ਦਿੱਤਾ ਹੋਇਆ ਉਹਦੇ ਤੋਂ 1 ਸਾਲ ਪਿੱਛੇ ਲੈ ਕੇ ਫਿਰ ਹੀ ਆਪਾਂ ਉਹਨੂੰ ਕੱਢਣਾ ਹੈ, ਠੀਕ ਹੈ। ਉਹਦੇ ਬਚ ਗਏ ਹੁਣ ਆਪਣੇ ਕੋਲ 95 ਦੇ ਵਿੱਚੋਂ ਆਪਾਂ 23 ਸਾਲ ਮਾਈਨਸ ਕਰਤੇ, ਆਪਣੇ ਕੋਲ ਕਿੰਨੇ ਬਚੇ? 95 ਦੇ ਵਿੱਚੋਂ 23 ਸਾਲ ਮਾਈਨਸ ਕਰੇ ਆਪਣੇ ਕੋਲ ਬਚੇ 72, ਠੀਕ ਹੈ ਜੀ। 72 ਇਹ ਬਚ ਗਿਆ ਆਪਣੇ ਕੋਲ। 72 ਤੋਂ ਬਾਅਦ ਇਹ ਬਚ ਗਿਆ ਆਪਣੇ ਕੋਲ 26 ਦਿਨ। 26 ਫਰਵਰੀ ਦੇ ਬਚ ਗਏ ਇਹ ਇੰਨੇ ਦਿਨ 26, ਅਤੇ ਜਨਵਰੀ ਮਹੀਨੇ ਦੇ ਬਚੇ ਆਪਣੇ ਕੋਲ 3। 1 ਮਿੰਟ ਦੁਬਾਰਾ ਦੇਖੋ, ਸੈਂਚਰੀ ਦਾ ਆਪਣੇ ਕੋਲ ਬਚਿਆ 1 ਦਿਨ। ਉਸ ਤੋਂ ਬਾਅਦ 1995 ਤੱਕ ਆਪਣੇ ਕੋਲ ਲੀਪ ਈਅਰ ਆਏ ਸੀ 23, 23 ਦੇ ਬੱਚੇ ਆਪਣੇ ਕੋਲ 23 ਆਏ ਸੀ, 23 ਦੇ ਬੱਚੇ ਆਪਣੇ ਕੋਲ 46 ਦਿਨ, ਠੀਕ ਹੈ ਜੀ। 95 ਦੇ ਵਿੱਚੋਂ ਆਪਾਂ 23 ਮਾਈਨਸ ਕਰਿਆ ਆਪਣੇ ਕੋਲ ਬੱਚਾ 72, 72 ਸਾਰੇ ਨੋਰਮਲ ਸਾਲ ਨੇ। ਜਿੰਨੇ ਨੋਰਮਲ ਸਾਲ ਹੁੰਦੇ ਨੇ ਸਾਰਿਆਂ ਦਾ 1-1 ਦਿਨ ਜੁੜਦਾ ਹੈ, ਅਤੇ ਜਿਹੜੇ ਲੀਪ ਈਅਰ ਹੁੰਦੇ ਨੇ ਉਹਨਾਂ ਸਾਰਿਆਂ ਦੇ 2-2 ਦਿਨ ਜੁੜਦੇ ਨੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਫਰਵਰੀ ਦੇ ਵਿੱਚ 29 ਦਿਨ ਹੋ ਜਾਂਦੇ ਨੇ, ਤਾਂ ਉਹ ਐਕਸਟਰਾ 1 ਦਿਨ ਵਿੱਚ ਜੁੜ ਜਾਂਦਾ ਹੈ। ਉਸ ਤੋਂ ਬਾਅਦ ਜਨਵਰੀ ਦੇ ਔਡ ਦਿਨ ਹੋ ਗਏ 3, ਅਤੇ ਫਰਵਰੀ ਦੇ ਹੋ ਗਏ ਆਪਣੇ ਕੋਲ ਟੋਟਲ 26 ਦਿਨ। ਹੁਣ ਇਹਦਾ ਵੀ ਸਿਸਟਮ ਉਹੀ ਹੈ ਵੀ ਇਹਨਾਂ ਨੂੰ ਸਾਰਿਆਂ ਨੂੰ ਪਲੱਸ ਕਰਕੇ ਤੁਸੀਂ 7 ਤੇ ਡਿਵਾਈਡ ਕਰ ਦਿਓ, ਜਿਹੜਾ ਵੀ ਨੰਬਰ ਨਿਕਲਿਆ 0 ਆ ਗਿਆ ਤਾਂ ਦੇਖੋ। ਹੁਣ ਇਹਨੂੰ ਆਪਾਂ ਕਰਕੇ ਦੇਖਦੇ ਹਾਂ। ਇਹਨਾਂ ਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਪਲੱਸ ਕਰਦੇ ਨੇ ਆਪਾਂ 7, 9, ਇੰਨੇ ਨੇ ਜਿਹੜੇ ਆਪਣੇ ਕੋਲ ਇਹ ਸਾਰੇ ਦਿਨ ਨੇ ਜਿਹੜੇ ਔਡ ਦਿਨ ਇਹ ਬਚੇ ਹੋਏ ਨੇ, ਠੀਕ ਹੈ ਜੀ। ਇਹਨੂੰ 7 ਤੇ ਡਿਵਾਈਡ ਕਰ ਦਿਓ। 7 ਦੂਣੀ 14, ਸਿੱਧਾ ਗਿਆ 2 ਇਹ ਕੱਟ ਗਿਆ, 7 ਏਕਮ 7, ਤੁਹਾਡੇ ਕੋਲ ਰਿਮਾਈਂਡਰ ਕੀ ਬਚਿਆ? 1 ਬਚਿਆ। ਹੁਣ ਦੇਖੋ ਇਹ ਤਾਂ ਆਪਾਂ ਕੱਟਤਾ, ਜਿਸ ਟਾਈਮ ਰਿਮਾਈਂਡਰ ਬਚ ਜਾਵੇ 1 ਤਾਂ ਉਹਦਾ ਮਤਲਬ ਹੁੰਦਾ ਹੈ ਸੋਮਵਾਰ, ਮੰਡੇ, ਠੀਕ ਹੈ ਜੀ। ਜੇ ਬਚੇ 2 ਤਾਂ ਮੰਗਲਵਾਰ, 3 ਬੁੱਧਵਾਰ, 4 ਵੀਰਵਾਰ, ਐਵੇਂ 5 ਦਾ ਸ਼ੁੱਕਰਵਾਰ, 6 ਦਾ ਸ਼ਨੀਵਾਰ, ਅਤੇ ਜੇ ਕੁਛ ਵੀ ਨਾ ਬਚੇ 0 ਬਚੇ ਤਾਂ ਉਹਦਾ ਮਤਲਬ ਹੁੰਦਾ ਹੈ ਐਤਵਾਰ। ਇਹ ਬਿਲਕੁਲ ਐਕੂਰੇਟ ਕੱਢਣ ਦੇ ਲਈ ਦੱਸ ਰਿਹਾ ਤੁਹਾਨੂੰ, ਐਵੇਂ ਨਹੀਂ ਕਿ ਤੁਹਾਨੂੰ ਦਿੱਤਾ ਹੋਇਆ ਵੀ ਤੁਹਾਨੂੰ ਇਹ ਡੇਟ ਦੇ ਵਿੱਚ ਮੰਨ ਲਓ ਤੁਹਾਨੂੰ ਐਵੇਂ ਦਿੱਤਾ ਉਹਨੇ ਵੀ 26 ਫਰਵਰੀ 1996 ਨੂੰ ਸੋਮਵਾਰ ਸੀ, ਨਹੀਂ, ਉਹ ਤਾਂ ਉਹਨੇ 1 ਦਿਨ ਲਿਖ ਕੇ ਦਿੱਤਾ, ਉਹਦੇ ਲਈ ਤੁਹਾਨੂੰ ਅਲੱਗ ਤੋਂ ਦੁਬਾਰਾ ਸਮਝਾਵਾਂਗੇ। ਬਿਲਕੁਲ ਐਕੂਰੇਟ ਡੇਟ ਜੇ ਤੁਹਾਨੂੰ ਕਿਹਾ ਵੀ ਨੋਰਮਲੀ ਐਵੇਂ ਕਹਿ ਦੋ ਤੁਹਾਨੂੰ 26 ਫਰਵਰੀ 1996 ਨੂੰ ਕੀ ਦਿਨ ਸੀ, ਜਾਂ ਤੁਹਾਨੂੰ ਕਹਿੰਦਾ 24 ਮਈ 1991 ਨੂੰ ਕੀ ਦਿਨ ਸੀ, ਜਾਂ 23 ਸਤੰਬਰ 1991 ਨੂੰ ਕੀ ਦਿਨ ਸੀ, ਡਾਇਰੈਕਟ ਤੁਹਾਨੂੰ ਪੁੱਛ ਲਿਆ ਤਾਂ ਉਹਨੂੰ ਤੁਸੀਂ ਐਵੇਂ ਕੱਢਣਾ। ਪਹਿਲਾਂ ਸੈਂਚਰੀ ਦਾ 1 ਕੋਡ ਲੈ ਲਓ, ਸੈਂਚਰੀ ਦਾ ਕੋਡ ਤੁਹਾਨੂੰ ਪਤਾ ਲੱਗੀ ਗਿਆ, ਤੁਹਾਨੂੰ ਦੱਸੀ ਦਿੱਤਾ ਕਿ ਸੈਂਚਰੀ ਦੇ ਔਡ ਡੇ ਨੇ ਜਿਹੜੇ ਆਪਾਂ ਕਿਵੇਂ ਕੱਢਣੇ ਨੇ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਜਿਹੜੇ ਸਾਲ ਦਾ ਪਤਾ ਕਰਨਾ ਉਦੋਂ 1 ਸਾਲ ਪਿੱਛੇ ਵਾਲੇ ਦੇ ਲੀਪ ਈਅਰ ਕੱਢ ਕੇ ਲੀਪ ਈਅਰ ਨੂੰ ਉਸੇ ਸਾਲ ਦੇ ਵਿੱਚੋਂ ਮਾਈਨਸ ਕਰਨਾ। ਤੁਸੀਂ 1996 ਚੋਂ ਮਾਈਨਸ ਨਹੀਂ ਕਰੋਗੇ, ਉਹਨੂੰ 1995 ਚੋਂ ਮਾਈਨਸ ਕਰੋਗੇ। ਠੀਕ ਹੈ ਜੀ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਜਨਵਰੀ ਦੇ ਜਿਹੜੇ ਔਡ ਡੇ ਦੇ ਮਤਲਬ ਵਿਸ਼ਮ ਦਿਨ ਉਹ ਜੋੜਤੇ ਵਿੱਚ 3 ਦਿਨ, ਫਰਵਰੀ ਦੇ ਜਿੰਨੇ ਦਿਨ ਸੀ ਸਾਰੇ ਦੇ ਸਾਰੇ ਵਿੱਚ ਤੁਸੀਂ ਉਹਦੇ ਜੋੜਤੇ, ਠੀਕ ਹੈ। ਕਲੀਅਰ ਹੈ ਜੀ, ਸਮਝ ਆ ਗਿਆ ਇਹ ਕਿਵੇਂ ਕੱਢਣਾ ਆਪਾਂ। ਜੇ ਐਕੂਰੇਟ ਡੇਟ ਕੱਢਣੀ ਹੋਵੇ ਤਾਂ ਹੋਰ ਕੋਈ ਡੇਟ ਕੱਢ ਕੇ ਦੇਖ ਲਓ, ਕੋਈ ਵੀ ਤੁਸੀਂ ਆਪਣੀ ਡੇਟ ਆਫ ਬਰਥ ਕੱਢ ਕੇ ਦੇਖ ਲਿਓ, ਇਹਦੇ ਨਾਲ ਦੇ ਕੁਐਸਚਨ ਤੁਸੀਂ ਕੱਢ ਕੇ ਦੇਖ ਲਿਓ, ਠੀਕ ਹੈ ਜੀ। ਆਪਣੀ ਡੇਟ ਆਫ ਬਰਥ ਜਾਂ ਪੇਰੈਂਟਸ ਦੀ ਜਾਂ ਹੋਰ ਕੋਈ ਵੀ ਦਿਨ, ਜਾਂ ਤੁਸੀਂ ਅੱਜ ਦਾ ਹੀ ਦਿਨ ਕੱਢ ਕੇ ਦੇਖ ਲਿਓ, ਅੱਜ ਤੋਂ 10 ਦਿਨ ਬਾਅਦ ਦਾ ਕੋਈ ਵੀ, ਕਿਉਂਕਿ ਪ੍ਰੈਕਟਿਸ ਕਰੋਗੇ ਤਾਂ ਉਹ ਪ੍ਰੈਕਟਿਸ ਦੇ ਨਾਲ ਹਰੇਕ ਜਿਹੜਾ ਤੁਹਾਨੂੰ ਜਿਹੜੀ ਚੀਜ਼ ਆ ਹਰੇਕ ਸਮਝ ਆਉਂਦੀ ਰਹਿਣੀ ਆ। ਚੱਲਦੇ ਹਾਂ ਜੀ ਅੱਗੇ। ਉਸ ਤੋਂ ਬਾਅਦ ਦੇਖੋ ਹੁਣ ਜੇ ਕਦੇ ਐਵੇਂ ਹੁੰਦਾ ਹੈ ਕਿ ਤੁਹਾਨੂੰ ਕਦੇ ਕੀ ਹੁੰਦਾ ਹੈ ਕਿ ਤੁਹਾਨੂੰ ਡੇਟ ਤਾਂ ਦੇ ਦਿੱਤੀ ਜਾਂਦੀ ਹੈ ਮਤਲਬ ਡੇਟ ਦੇ ਦਿੱਤੀ ਤੁਹਾਨੂੰ, ਡੇਟ ਦੇ ਨਾਲ ਦਿਨ ਵੀ ਦੇ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਜਦੋਂ ਡੇਟ ਦੇ ਨਾਲ ਦਿਨ ਤੁਹਾਨੂੰ ਦੇਤਾ
ਤਾਂ ਤੁਸੀਂ ਪਹਿਲਾਂ ਇਹ ਚੈੱਕ ਕਰਨਾ ਕਿ ਜਿਹੜਾ ਇਹ ਦਿਨ ਦਿੱਤਾ ਹੋਇਆ ਇਹ ਸਹੀ ਹੈ ਜਾਂ ਨਹੀਂ। ਠੀਕ ਹੈ ਜੀ, ਇਹ ਚੈੱਕ ਕਰਨ ਦਾ ਤਰੀਕਾ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ, ਪਿੱਛੇ ਵੀ ਤੁਹਾਨੂੰ ਸਮਝਾਇਆ ਸੀ। ਸੈਂਚਰੀ ਕੋਡ, ਕਿਉਂਕਿ 2000 ਜਿਹੜੀ ਇੱਥੇ ਇਹ 2000 ਮਤਲਬ ਕਿ 2000 ਨੂੰ ਜਿਸ ਟਾਈਮ ਆਪਾਂ 400 ਤੇ ਡਿਵਾਈਡ ਕਰਾਂਗੇ ਤਾਂ ਸੈਂਚਰੀ ਕੋਡ ਆਪਣੇ ਕੋਲ ਆ ਜਾਊਗਾ 0। 2020 ਨੂੰ ਨਹੀਂ ਆਪਾਂ ਲੈਣਾ, ਆਪਾਂ ਲੈਣਾ ਹੈ ਇਹ ਤੋਂ 1 ਸਾਲ ਪਿੱਛੇ 2019। 2019 ਤੱਕ ਲੀਪ ਦੇ ਸਾਲ ਕਿੰਨੇ ਹੋ ਗਏ? 4 ਚੁਕੇ 16, 4 ਸਾਲ ਹੋ ਗਏ। ਚਾਰਾਂ ਦੇ ਆਪਾਂ ਜੋੜ ਤੇ 8 ਦਿਨ। ਠੀਕ ਹੈ ਜੀ, 4 ਲੀਪ ਦੇ ਸਾਲ ਹੋ ਗਏ। ਹੁਣ 2019 ਦੇ ਵਿੱਚੋਂ ਆਪਾਂ 4 ਸਾਲ ਮਾਈਨਸ ਕਰੇ ਤਾਂ ਆਪਣੇ ਕੋਲੇ ਜਿਹੜੇ ਨੋਰਮਲ ਈਅਰ ਬਚੇ ਆਪਣੇ ਕੋਲੇ ਬਚੇ 15 ਬਚੇ। ਅਤੇ ਉਸ ਤੋਂ ਬਾਅਦ ਵਿੱਚ ਇਹਦੇ ਐਡ ਕਰਨੀ ਆਪਾਂ 25 ਜਨਵਰੀ। ਠੀਕ ਹੈ ਜੀ, ਸਮਝ ਆਇਆ? ਸੈਂਚਰੀ ਕੋਡ ਲਾਇਆ ਆਪਾਂ 0 ਕਿਉਂਕਿ ਜਿਹੜਾ 2000 ਹੈ 2400 ਤੇ ਪੂਰਾ ਵੰਡਿਆ ਗਿਆ। ਉਸ ਤੋਂ ਬਾਅਦ ਆਪਾਂ ਦੇਖਿਆ ਕਿ 2019 ਤੱਕ 2000 ਤੋਂ ਲੈ ਕੇ 2019 ਤੱਕ ਕਿੰਨੇ ਜਿਹੜੇ ਆਪਣੇ ਕੋਲੇ ਉਹ ਲੀਪ ਈਅਰ ਸੀ? 4। ਹਰੇਕ ਲੀਪ ਸਾਲ ਜਿਹੜਾ ਲੀਪ ਦਾ ਸਾਲ ਹੁੰਦਾ ਉਹਦੇ ਵਿੱਚ ਕਿੰਨੇ ਔਡ ਡੇ ਹੁੰਦੇ ਨੇ? 2 ਔਡ ਡੇ ਹੁੰਦੇ ਨੇ, 2 ਵਿਸ਼ਮ ਦਿਨ ਹੁੰਦੇ ਨੇ। 4 ਦੂਣੀ 8 ਆਪਾਂ ਕਰਤਾ। ਜਿਹੜਾ ਨੋਰਮਲ ਕੋਈ ਵੀ ਸਾਲ ਹੁੰਦਾ ਉਹਦੇ ਵਿੱਚ ਵਿਸ਼ਮ ਦਿਨ ਜਿਹੜੇ ਹੁੰਦੇ ਨੇ ਉਹ 1 ਹੁੰਦਾ ਹੈ। ਤਾਂ ਆਪਣੇ ਕੋਲੇ 2019 ਤੱਕ, ਕਿਉਂਕਿ 2000 ਤੱਕ ਆਪਾਂ ਪਹਿਲਾਂ ਸੋਲਵ ਕਰਤਾ, 2000 ਤੋਂ ਲੈ ਕੇ 2019 ਤੱਕ ਸੋਲਵ ਕਰ ਰਹੇ ਆਪਾਂ, ਤਾਂ 2000 ਤੋਂ ਲੈ ਕੇ 2019 ਤੱਕ 4 ਆਪਣੇ ਕੋਲੇ ਲੀਪ ਦੇ ਸਾਲ ਆ ਗਏ ਅਤੇ 15 ਨੋਰਮਲ ਸਾਲ ਆ ਗਏ। ਉਹਨਾਂ 15 ਨੋਰਮਲ ਸਾਲਾਂ ਦਾ ਆਪਾਂ ਇੱਕ ਦਿਨ ਇਹ ਐਡ ਕਰਤਾ ਅਤੇ ਪਹੁੰਚਣਾ ਆਪਾਂ ਕਿੱਥੇ ਤੱਕ ਹੈ? 25 ਜਨਵਰੀ ਤੱਕ। ਠੀਕ ਹੈ ਜੀ, 25 ਜਨਵਰੀ ਤੋਂ ਹੁਣ ਇਹਨਾਂ ਸਾਰਿਆਂ ਨੂੰ ਜਦੋਂ ਪਲੱਸ ਕਰ ਦਿੰਦੇ ਹਾਂ, ਇਹਨਾਂ ਸਾਰਿਆਂ ਨੂੰ ਜਿਸ ਟਾਈਮ ਆਪਾਂ ਪਲੱਸ ਕਰਦੇ ਹਾਂ 15 ਤੇ 8 23 23 ਤੇ 25 48 ਹੀ ਬਣਨਾ। ਹਾਂਜੀ ਠੀਕ ਹੈ, 15 ਤੇ 8 23 23 ਤੇ 25 48 ਨੂੰ ਆਪਾਂ ਜਿਸ ਟਾਈਮ 7 ਤੇ ਵੰਡਦੇ ਹਾਂ ਤਾਂ ਆਪਣੇ ਕੋਲੇ ਇਹ 7 ਤੇ ਡਿਵਾਈਡ ਹੋ ਕੇ 6 ਵੱਜ ਜਾਂਦਾ ਹੈ। 6 ਰਿਮਾਈਂਡਰ ਵੱਜਦਾ ਨਾ, 7 6 42 6। ਤਾਂ 6 ਦਾ ਮਤਲਬ ਕੀ ਹੈ ਕਿ ਜਿਹੜਾ ਇਹ ਸੋਮਵਾਰ ਇਹਨਾਂ ਨੇ ਦਿੱਤਾ ਇਹ ਸੋਮਵਾਰ ਨਹੀਂ ਹੋਣਾ ਚਾਹੀਦਾ ਸੀ, ਇਹ ਸ਼ਨੀਵਾਰ ਹੋਣਾ ਚਾਹੀਦਾ ਸੀ, ਇਹ ਸੈਟਰਡੇ ਹੋਣਾ ਚਾਹੀਦਾ ਸੀ, ਹੈ ਨਾ ਜੀ। ਤਾਂ ਕਿ ਇਹਨਾਂ ਨੇ ਕੀ ਕਰਿਆ? ਇਹਨਾਂ ਨੇ 2 ਦਿਨ ਅੱਗੇ ਵਧਾ ਕੇ ਦਿੱਤਾ ਹੋਇਆ ਇਹ। ਠੀਕ ਹੈ, ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਇਹ 2 ਦਿਨ ਅੱਗੇ ਵਧਾ ਕੇ ਦਿੱਤਾ ਹੋਇਆ। ਹੁਣ ਤੁਸੀਂ ਇਹਦੀ ਵੀ ਐਕੂਰੇਟ ਡੇਟ ਐਵੇਂ ਫਾਈਂਡ ਕਰ ਸਕਦੇ ਹੋ। 11 ਮਈ 2022 ਦਿੱਤਾ ਹੋਇਆ ਇਹਨਾਂ ਨੇ। ਠੀਕ ਹੈ, ਹੁਣ 11 ਮਈ 2022 ਨੂੰ ਤੁਸੀਂ ਕਿਵੇਂ ਕਰਨਾ? 11 ਮਈ ਨੂੰ 2022 ਸੈਂਚਰੀ ਕੋਡ ਉਹੀ 0। ਠੀਕ ਹੈ, ਹੁਣ ਉੱਥੇ 2020 ਸੀ ਤਾਂ ਕਰਕੇ ਆਪਾਂ 2020 ਨੂੰ ਜਿਹੜਾ, ਕਿਉਂਕਿ 2020 ਵੀ ਲੀਪ ਦਾ ਸਾਲ ਸੀ, ਉਹਨੂੰ ਐਡ ਨਹੀਂ ਕਰਿਆ। ਪਰ ਇਹ 2022 ਹੈ, ਇੱਥੇ ਆਪਾਂ ਨੂੰ 2021 ਤੱਕ ਲੈ ਕੇ ਚੱਲਣਾ ਪੈਣਾ ਹੈ। 2021 ਤੱਕ ਆਪਣੇ ਕੋਲ ਕਿੰਨੇ ਲੀਪ ਦੇ ਸਾਲ ਹੋ ਗਏ? 5 ਲੀਪ ਦੇ ਸਾਲ ਹੋ ਗਏ। ਹੁਣ ਉਹਨਾਂ 5 ਸਾਲਾਂ ਦੇ ਕਿੰਨੇ ਆਪਣੇ ਕੋਲ ਵਿਸ਼ਮ ਦਿਨ ਹੋ ਗਏ? 10। ਠੀਕ ਹੈ, 2021 ਦੇ ਵਿੱਚੋਂ ਮਤਲਬ ਜਿਹੜੇ 21 ਸਾਲ ਨੇ, 21 ਸਾਲਾਂ 'ਚੋਂ ਆਪਾਂ 5 ਸਾਲ ਮਾਈਨਸ ਕਰਿਆ, ਆਪਣੇ ਕੋਲ ਕਿੰਨੇ ਬਚੇ? 16। ਅਤੇ ਹੁਣ ਦੇਖੋ ਇਹ ਇੱਥੇ ਆਪਾਂ ਜਿੰਨੇ ਵੀ ਮਹੀਨੇ ਬਚੇ ਨੇ ਆਪਣੇ ਜਨਵਰੀ ਤੋਂ ਲੈ ਕੇ ਮਈ ਤੱਕ, ਉਹਨਾਂ ਸਾਰਿਆਂ ਦੇ ਔਡ ਡੇ ਜਿਹੜੇ ਇਹਦੇ ਵਿੱਚ ਨੇ ਐਡ ਕਰਨੇ ਨੇ। ਮਈ ਦੇ ਨਹੀਂ ਕਰਨੇ, ਮਈ ਦੇ ਟੋਟਲ ਜਿਹੜੇ 11 ਦਿਨ ਨੇ ਉਹੀ ਕਰਨੇ ਨੇ। ਠੀਕ ਹੈ, ਜਨਵਰੀ ਦੇ ਹੋ ਗਏ 3, ਫਰਵਰੀ ਦਾ ਆਪਣੇ ਕੋਲ ਕੋਈ ਵੀ ਨਹੀਂ ਕਿਉਂਕਿ 2022 ਲੀਪ ਦਾ ਸਾਲ ਹੈ ਨਹੀਂ, ਮਾਰਚ ਦੇ ਫਿਰ 3। ਠੀਕ ਹੈ, ਅਪ੍ਰੈਲ ਦੇ 2 ਅਤੇ ਮਈ ਦੇ ਟੋਟਲ 11 ਦਿਨ। 3 ਦੇ ਦਿਨ 6 ਤੇ 2 8, 8 ਤੇ 11, 8 ਤੇ 11 ਕਿੰਨੇ ਹੋ ਗਏ? ਇਹ 19। 8 ਤੇ 11 19। ਠੀਕ ਹੈ ਜੀ, ਹੁਣ ਇਹਨਾਂ ਸਾਰਿਆਂ ਨੂੰ ਪਲੱਸ ਕਰ ਦਈਏ ਤਾਂ ਇਹ ਆਪਣੇ ਕੋਲ ਬਚੇ 26 26 ਤੇ 19 45 45। ਜਦੋਂ 45 ਨੂੰ 7 ਤੇ ਡਿਵਾਈਡ ਕਰਦੇ ਹਾਂ, ਇਹਨਾਂ ਸਾਰਿਆਂ ਦਾ ਪਲੱਸ ਹੋਇਆ 45। 45 ਨੂੰ 7 ਤੇ ਡਿਵਾਈਡ ਕਰਿਆ ਤਾਂ ਆਪਣੇ ਕੋਲ ਕਿੰਨੇ ਬਚ ਗਏ? 3 ਵਿਸ਼ਮ ਦਿਨ ਆਪਣੇ ਕੋਲ ਇਹਦੇ ਬਚ ਗਏ। ਠੀਕ ਹੈ ਜੀ, 3 ਵਿਸ਼ਮ ਦਿਨ ਬਚਣ ਦਾ ਮਤਲਬ ਕੀ ਹੋਇਆ ਕਿ ਜਿਹੜਾ ਇਹ ਇੱਥੇ ਐਕਚੁਅਲ ਜਿਹੜਾ ਦਿਨ ਹੈ ਉਹ ਬੁੱਧਵਾਰ ਹੋਣਾ ਚਾਹੀਦਾ ਹੈ ਨਾ, ਬੁੱਧਵਾਰ ਹੋਣਾ ਚਾਹੀਦਾ ਹੈ। ਪਰ ਇਹਨਾਂ ਨੇ ਇਹ 2 ਪਲੱਸ ਕੀਤਾ ਤਾਂ ਇਹਦੇ ਵਿੱਚ 2 ਪਲੱਸ ਕਰਾਂਗੇ ਤਾਂ ਆਪਣੇ ਕੋਲ ਕੀ ਦਿਨ ਵੱਜ ਜਾਣਾ? ਇਹ ਸ਼ੁੱਕਰਵਾਰ ਬਣ ਜਾਣਾ, ਹੈ ਨਾ ਜੀ। ਸ਼ੁੱਕਰਵਾਰ ਹੋ ਗਿਆ ਕਲੀਅਰ? ਜੇ ਨਹੀਂ ਸਮਝ ਲੱਗਿਆ ਤਾਂ ਇੱਕ ਵਾਰੀ ਦੁਬਾਰਾ ਦੇਖ ਲਿਓ, ਕੋਈ ਗੱਲ ਨਹੀਂ। ਪਰ ਹੋ ਸਕਿਆ ਤਾਂ ਇਹਨਾਂ ਸਾਰਿਆਂ ਦੇ ਜਿਹੜੇ ਆਪਣੇ ਹੈਂਡ ਰਿਟਨ ਨੋਟਸ ਨੇ ਉਹ ਬਣਾ ਲਿਓ। ਅਤੇ ਇਹ ਤਾਂ ਨੋਰਮਲੀ ਸਾਰਿਆਂ ਤੋਂ ਜਿਹੜਾ ਬੈਸਟ ਤਰੀਕਾ ਉਹ ਤਾਂ ਇਹੀ ਹੈ, ਇਹ ਚੀਜ਼ਾਂ ਨੂੰ ਫਾਈਂਡ ਕਰਨ ਦਾ। ਅਤੇ ਇੱਕ ਇਹਦੀ ਛੋਟੀ ਜਿਹੀ ਟਰਿਕ ਵੀ ਆ, ਉਹ ਵੀ ਤੁਹਾਨੂੰ ਦੱਸ ਦਿੰਦਾ। ਪਰ ਉਹ ਟਰਿਕ ਫਿਰ ਹੀ ਕੰਮ ਕਰੇਗੀ ਜੇਕਰ ਜਿਹੜਾ ਇਹ ਸਾਲਾਂ ਦਾ ਗੈਪ ਆ ਇਹ ਬਹੁਤ ਜ਼ਿਆਦਾ ਨਾ ਹੋਵੇ।
ਇਹਦੇ ਵਿੱਚ ਇਹ 2 ਸਾਲਾਂ ਦੀ ਗੈਪ ਆ, ਕੋਈ ਜ਼ਿਆਦਾ ਨਹੀਂ। ਇੱਕੇ ਸੈਂਚਰੀ ਦੇ ਵਿੱਚ ਹੋਵੇ ਤਾਂ ਉਹ ਕੰਮ ਕਰ ਜੂਗੀ, ਪਰ ਜੇ ਤੁਹਾਡਾ ਸੈਂਚਰੀਆਂ ਦਾ ਫਰਕ ਪੈ ਗਿਆ, ਜਿਵੇਂ ਤੁਹਾਨੂੰ ਇੱਕ 1914 ਦੇ ਤਾਂ ਅਤੇ ਦੂਜਾ ਤੁਹਾਨੂੰ 2000 ਮਤਲਬ ਤੁਹਾਨੂੰ 2312 ਦੇ ਤਾਂ ਕੁਛ ਐਵੇਂ ਦੇ ਤਾਂ ਜ਼ਿਆਦਾ ਗੈਪ ਹੋ ਜਾਣਾ, ਫਿਰ ਤੁਹਾਡੇ ਲਈ ਇਹ ਟ੍ਰਿਕ ਨੇ ਕੰਮ ਨਹੀਂ ਕਰਨਾ। ਠੀਕ ਹੈ ਜੀ, ਉਹ ਟ੍ਰਿਕ ਵੀ ਇੱਕ ਵਾਰੀ ਦੇਖ ਲਓ। ਉਹਦੇ ਵਿੱਚ ਤੁਸੀਂ ਕੀ ਕਰਨਾ, ਜਿਹੜੇ ਵੀ ਤੁਹਾਨੂੰ ਦਿਨ ਦਿੱਤੇ ਹੋਏ ਨੇ, ਜਿਹੜੇ ਵੀ ਜ਼ਿਆਦਾ ਦਿਨ ਦਿੱਤੇ ਨੇ, ਬੇਸ਼ੱਕ ਤੁਹਾਨੂੰ ਇੱਥੇ ਦਿੱਤਾ ਹੁੰਦਾ ਤੁਹਾਨੂੰ ਉਹਨੇ 11 ਜਨਵਰੀ, ਇੱਥੇ ਦਿੱਤਾ ਹੁੰਦਾ ਉਹਨੇ ਤੁਹਾਨੂੰ 25 ਮਈ। ਠੀਕ ਹੈ ਜੀ, ਬੇਸ਼ੱਕ ਇੱਥੇ ਉਹਨੇ ਤੁਹਾਨੂੰ ਜੂਨ ਮਹੀਨਾ ਦਿੱਤਾ ਹੁੰਦਾ, ਠੀਕ ਹੈ, ਇੱਥੇ ਤੁਹਾਨੂੰ ਮਈ ਮਹੀਨਾ ਹੀ ਦਿੱਤਾ ਹੁੰਦਾ, ਫਿਰ ਵੀ ਤੁਸੀਂ ਜਿਹੜੇ ਜ਼ਿਆਦਾ ਨੇ, ਜ਼ਿਆਦਾ ਦੇ ਵਿੱਚੋਂ ਘੱਟ ਵਾਲਿਆਂ ਨੂੰ ਮਾਈਨਸ ਕਰਨਾ ਹੈ। ਠੀਕ ਹੈ, ਦੇਖੋ ਹੁਣ ਕਿਵੇਂ ਕਰਨਾ ਇਹਨੂੰ ਆਪਾਂ। ਇਹਦੇ ਵਿੱਚੋਂ ਆਪਾਂ 25 ਦੇ ਵਿੱਚੋਂ 11 ਮਾਈਨਸ ਕਰਿਆ ਤਾਂ ਆਪਣੇ ਕੋਲੇ ਬਚੇ 14 ਦਿਨ। ਠੀਕ ਹੈ, ਜਨਵਰੀ ਤੋਂ ਮਈ ਤੱਕ ਆਪਾਂ ਜਾਣਾ ਹੈ, ਜਿਹੜੀ ਮੰਜ਼ਿਲ 'ਤੇ ਆਪਾਂ ਪਹੁੰਚਣਾ ਉਹਦੇ ਔਡ ਡੇ ਕਦੇ ਵੀ ਨਹੀਂ ਕਾਊਂਟ ਕਰਨੇ। ਠੀਕ ਹੈ, ਜਨਵਰੀ ਦੇ ਆਪਣੇ ਕੋਲੇ ਔਡ ਡੇ ਬਚੇ 3। ਠੀਕ ਹੈ, ਫਰਵਰੀ ਦੇ ਆਪਣੇ ਕੋਲੇ 2020 ਹੈ ਜਿਹੜਾ 2020 ਲੀਪ ਦਾ ਸਾਲ ਹੈ, ਫਰਵਰੀ ਦੇ ਆਪਣੇ ਕੋਲੇ ਬਚਿਆ 1, ਮਾਰਚ ਦੇ ਵਿੱਚ ਆਪਣੇ ਕੋਲੇ 3। ਠੀਕ ਹੈ, ਅਪ੍ਰੈਲ ਦੇ ਵੀ ਬੱਚੇ ਆਪਣੇ ਕੋਲੇ 2। ਮਈ ਦਾ ਆਪਾਂ ਕੋਈ ਵੀ ਦਿਨ ਇਹਦੇ ਵਿੱਚ ਐਡ ਨਹੀਂ ਕਰਨਾ। ਟੋਟਲ ਆਪਣੇ ਕੋਲੇ ਕਿੰਨੇ ਬਚ ਗਏ, 3 ਤੇ 4, 4 3 7 ਤੇ 2 9 ਦਿਨ ਬਚ ਗਏ ਆਪਣੇ ਕੋਲੇ ਇਹਨਾਂ ਦੋਨਾਂ ਦੇ। ਠੀਕ ਹੈ ਜੀ, ਹੁਣ ਐਵੇਂ ਆਹ ਸਾਲਾਂ ਦੇ ਤੁਸੀਂ ਕਰ ਲੈਣੇ ਨੇ। 2020 ਦਾ ਹੈ ਤਾਂ ਲੀਪ ਦਾ ਸਾਲ ਹੈ, ਪਰ ਇਹਦਾ ਜਿਹੜਾ ਲੀਪ ਵਾਲਾ ਦਿਨ ਆਪਾਂ ਇੱਧਰ ਕਾਊਂਟ ਕਰ ਚੁੱਕੇ ਹਾਂ, ਤਾਂ ਕਰਕੇ 1 2020 ਦਾ ਦਿਨ ਬਚ ਗਿਆ ਅਤੇ 1 ਬਚ ਗਿਆ 2022 ਦਾ। 1 2020 ਦਾ ਅਤੇ 1 2021 ਦਾ, ਟੋਟਲ ਆਪਣੇ ਕੋਲੇ 2 ਔਡ ਡੇ ਬਚ ਗਏ। 2022 ਨੂੰ ਆਪਾਂ ਇਹਦੇ ਵਿੱਚ ਨਹੀਂ ਲੈਣਾ। ਠੀਕ ਹੈ ਜੀ, ਹੁਣ ਆਪਾਂ ਜਿਸ ਟਾਈਮ ਇਹਨੂੰ 7 ਤੇ ਵੰਡਾਂਗੇ, ਇਹ 7 ਤੇ ਕੱਟ ਜਾਣਾ ਪੂਰਾ, ਇਹਨੂੰ ਵੀ 7 ਤੇ ਕੱਟ ਦਾਂਗੇ, ਬਚੂਗਾ 2 ਤੇ 2 4। ਇਹਨੂੰ 4 ਨੂੰ ਪਲੱਸ ਕਰ ਦਿਓ ਸੋਮਵਾਰ ਦੇ ਵਿੱਚ, ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਹੀ ਤੁਹਾਡਾ ਆਨਸਰ ਆ ਜਾਏਗਾ। ਠੀਕ ਹੈ ਜੀ, ਸਮਝ ਲੱਗਿਆ? ਨਹੀਂ ਸਮਝ ਲੱਗਿਆ ਤਾਂ ਇੱਕ ਵਾਰੀ ਦੁਬਾਰਾ ਦੇਖ ਲਓ, ਤੁਹਾਨੂੰ ਸਮਝ ਲੱਗ ਜਾਣਾ। ਇਹਦੇ ਵਿੱਚ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ, ਕਿਉਂਕਿ ਇੱਥੇ ਤਾਂ ਇਹਨਾਂ ਨੇ 2020 ਤੋਂ 2022 ਤੱਕ ਆਉਣਾ ਸੀ, ਪਰ ਕਈ ਵਾਰ ਕੀ ਕਰਦਾ ਐਗਜ਼ਾਮੀਨਰ ਹੈ ਜਿਹੜਾ, ਕੁਐਸਚਨ ਉਲਟਾ ਕਰਕੇ ਪੁੱਛ ਦਿੰਦਾ ਕਿ 2020 ਦਾ ਉਹਨੇ ਪਹਿਲਾਂ ਦੇਤਾ, 2022 ਦਾ ਪਹਿਲਾਂ ਦੇਤਾ, ਉਹਨੇ ਬਾਅਦ 'ਚ ਪੁੱਛਿਆ ਕਿ 2020 ਦੇ ਵਿੱਚ ਕਿਹੜਾ ਦਿਨ ਹੋਣਾ ਚਾਹੀਦਾ, ਤਾਂ ਉਹਦੇ ਵਿੱਚ ਤੁਸੀਂ ਇੱਥੇ ਪਲੱਸ ਨਹੀਂ ਕਰੋਗੇ, ਫਿਰ ਤੁਸੀਂ ਮਾਈਨਸ ਕਰੋਗੇ। ਠੀਕ ਹੈ, ਫਿਰ ਤੁਸੀਂ ਸੋਮਵਾਰ ਤੋਂ ਪਿੱਛੇ ਨੂੰ ਆਓਗੇ, ਸੋਮਵਾਰ ਤੋਂ ਐਤਵਾਰ, ਸ਼ਨੀਵਾਰ, ਸ਼ੁੱਕਰਵਾਰ ਅਤੇ ਵੀਰਵਾਰ, ਫਿਰ ਤੁਸੀਂ ਪਿੱਛੇ ਨੂੰ ਆ ਕੇ ਇਹਨੂੰ ਸੋਲਵ ਕਰਨਾ ਹੈ। ਇਹ ਮਤਲਬ ਕਿ ਇਹਦੇ ਵਿੱਚੋਂ ਮਾਈਨਸ ਕਰਨਾ, ਮਤਲਬ ਜੇ ਤਾਂ ਤੁਸੀਂ ਛੋਟੇ ਸਾਲ ਤੋਂ ਵੱਡੇ ਸਾਲ ਵੱਲ ਜਾਣਾ ਤਾਂ ਪਲੱਸ ਕਰਨਾ ਹੈ, ਜੇ ਵੱਡੇ ਸਾਲ ਤੋਂ ਛੋਟੇ ਸਾਲ ਵੱਲ ਆਉਣਾ ਤਾਂ ਮਾਈਨਸ ਕਰਨਾ ਹੈ। ਠੀਕ ਹੈ ਜੀ, ਠੀਕ ਹੈ ਜੀ, ਆ ਵੀ ਇੱਕ ਵਾਰ ਦੇਖ ਲਓ। ਪਾਰਸ਼ਲੀ ਕੈਲੰਡਰ ਅਤੇ ਫੁੱਲ ਕੈਲੰਡਰ ਰਿਪੀਟ ਦਾ ਕੀ ਮਤਲਬ ਹੁੰਦਾ ਹੈ। ਫੁੱਲ ਕੈਲੰਡਰ ਰਿਪੀਟ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਫੁੱਲ ਕੈਲੰਡਰ ਰਿਪੀਟ ਦੇ ਵਿੱਚ ਉਹੀ ਹੈ ਕਿ ਤੁਸੀਂ ਜਿਹੜੇ ਸਾਲ ਦੇ ਲਾਸਟ ਵਾਲੇ 2 ਡਿਜਿਟ ਹੋਣੇ ਨੇ ਉਹਨਾਂ ਨੂੰ 11 ਤੇ ਡਿਵਾਈਡ ਉਹਨਾਂ ਨੂੰ 4 ਤੇ ਡਿਵਾਈਡ ਕਰ ਦਿਓ। ਜੇ ਰਿਮਾਈਂਡਰ ਬਚਿਆ 1 ਤਾਂ ਉਹਦੇ ਵਿੱਚ 6 ਪਲੱਸ ਕਰ ਦਿਓ, ਜੇ 2 ਜਾਂ 3 ਤਾਂ ਉਹਦੇ ਵਿੱਚ ਤੁਸੀਂ 11 ਪਲੱਸ ਕਰ ਦਿਓ, ਅਤੇ ਜੇ ਕੁਛ ਵੀ ਰਿਮਾਈਂਡਰ ਨਹੀਂ ਬਚਦਾ ਤਾਂ ਉਹਦੇ ਵਿੱਚ 28 ਪਲੱਸ ਕਰ ਦਿਓ। ਕਲੀਅਰ ਹੈ ਜੀ? ਪਰ ਇਸ ਤੋਂ ਬਿਨਾਂ ਜਿਹੜਾ ਪਾਰਸ਼ਲੀ ਕੈਲੰਡਰ ਰਿਪੀਟ ਦਾ ਮਤਲਬ ਹੁੰਦਾ ਹੈ, ਜਿਹੜਾ ਕੌਨਸੈਪਟ ਹੁੰਦਾ ਹੈ, ਇਹਦੇ ਵਿੱਚ ਨਾਰਮਲ ਈਅਰ ਤੋਂ ਲੀਪ ਈਅਰ ਤੱਕ ਵੀ ਜਾ ਸਕਦਾ ਹੈ, ਅਤੇ ਲੀਪ ਈਅਰ ਤੋਂ ਨਾਰਮਲ ਈਅਰ ਤੱਕ ਵੀ ਜਾ ਸਕਦਾ ਹੈ। ਇਹਦੇ ਵਿੱਚ ਸਿਸਟਮ ਇਹ ਹੁੰਦਾ ਹੈ ਕਿ ਪੂਰਾ ਕੈਲੰਡਰ ਰਿਪੀਟ ਨਹੀਂ ਹੁੰਦਾ ਇਹਦੇ ਵਿੱਚ। ਮਤਲਬ ਫੁੱਲ ਕੈਲੰਡਰ ਰਿਪੀਟ ਦਾ ਹੁਣ ਮੈਂ ਤੁਹਾਨੂੰ ਜਿਹੜਾ ਕੌਨਸੈਪਟ ਪਿੱਛੇ ਸਮਝਾਈ ਚੁੱਕਿਆ, ਹੁਣ ਵੀ ਤੁਹਾਨੂੰ ਦੱਸਿਆ ਉਹੀ ਹੈ। ਪਾਰਸ਼ਲੀ ਰਿਪੀਟ ਦਾ ਮਤਲਬ ਹੁੰਦਾ ਕਿ ਇਹਦੇ ਪਹਿਲੇ 2 ਮਹੀਨੇ, ਜਨਵਰੀ ਅਤੇ ਫਰਵਰੀ ਦੇ ਪਹਿਲੇ 2 ਮਹੀਨੇ ਹੀ ਨੇ ਜਿਹੜੇ ਉਹ ਰਿਪੀਟ ਹੁੰਦੇ ਨੇ। ਠੀਕ ਹੈ ਜੀ, ਹੁਣ ਜਿਵੇਂ ਇਹਨੇ ਪੁੱਛਿਆ ਇੱਥੇ 11 ਮਈ 2022 ਬੁੱਧਵਾਰ ਨੂੰ ਸੀ, ਮਤਲਬ ਇਹ ਜਿਹੜਾ 11 ਮਈ 2000 ਅੱਜ ਦਾ ਜਿਹੜਾ ਦਿਨ ਹੈ ਬੁੱਧਵਾਰ ਹੈ। ਹੁਣ ਇਹਨੇ ਪੁੱਛਿਆ ਕਿ ਅਗਲੇ ਕਿਸ ਸਾਲ 11 ਮਈ ਨੂੰ ਬੁੱਧਵਾਰ ਹੀ ਹੋਵੇਗਾ। ਠੀਕ ਹੈ, ਹੁਣ ਇਹ ਵੀ ਤੁਸੀਂ ਮਤਲਬ ਦਿਮਾਗ ਲਾ ਸਕਦੇ ਹੋ ਵੀ ਸ਼ਾਇਦ ਕੈਲੰਡਰ ਰਿਪੀਟ ਪੁੱਛਿਆ ਹੋਣਾ, ਪਰ ਇਹਨੇ ਕੈਲੰਡਰ ਰਿਪੀਟ ਪੁੱਛਿਆ ਤਾਂ ਹੈ, ਪਰ ਇਹਨੇ ਫੁੱਲੀ ਕੈਲੰਡਰ ਰਿਪੀਟ ਨਹੀਂ ਪੁੱਛਿਆ। ਅਸਲ ਦੇ ਵਿੱਚ ਉਹ 11 ਮਈ ਦੀ ਜਗ੍ਹਾ 'ਤੇ ਇੱਥੇ ਤੁਸੀਂ 11 ਫਰਵਰੀ ਕਰ ਲਿਓ, 11 ਫਰਵਰੀ। ਠੀਕ ਹੈ ਜੀ, ਕਿਉਂਕਿ ਜਿਹੜੇ ਜਨਵਰੀ ਅਤੇ ਫਰਵਰੀ ਦੇ ਮਹੀਨੇ ਹੁੰਦੇ ਨੇ ਉਹ ਪੂਰਾ ਕੈਲੰਡਰ ਰਿਪੀਟ ਹੋਣ ਤੋਂ ਬਿਨਾਂ ਵੀ ਰਿਪੀਟ ਹੋ ਜਾਂਦੇ ਨੇ, ਉਸੇ ਨੂੰ ਹੀ ਪਾਰਸ਼ਲੀ ਕੈਲੰਡਰ ਰਿਪੀਟ ਕਿਹਾ ਜਾਂਦਾ ਹੈ। ਉਹਦੇ ਵਿੱਚ ਤੁਸੀਂ ਕੀ ਕਰਨਾ ਹੈ, ਫੈਬ। ਠੀਕ ਹੈ ਜੀ, ਜਿਹੜਾ ਪਾਰਸ਼ਲੀ ਕੈਲੰਡਰ ਰਿਪੀਟ ਇਹਦੇ ਵਿੱਚ ਤੁਸੀਂ ਕੀ ਕਰਨਾ, ਇਹਦੇ ਵਿੱਚ ਤੁਸੀਂ ਹੁਣ ਉਹਨੇ 2022 ਦਾ ਦਿੱਤਾ ਹੈ, 2022 ਤੋਂ ਤੁਸੀਂ ਦੇਖਣਾ ਹੈ ਕਿ 2022 ਦਾ
ਇੱਕ ਔਡ ਦਿਨ ਹੋ ਗਿਆ, 23 ਦਾ ਇੱਕ ਔਡ ਦਿਨ ਹੋ ਗਿਆ, 24 ਦੇ 2 ਔਡ ਦਿਨ ਹੋ ਗਏ ਕਿਉਂਕਿ 24 ਲੀਪ ਦਾ ਸਾਲ ਹੈ, 25 ਦਾ ਇੱਕ ਹੋ ਗਿਆ, 26 ਦਾ ਇੱਕ ਹੋ ਗਿਆ, 27 ਦਾ ਇੱਕ ਹੋ ਗਿਆ। ਠੀਕ ਹੈ ਜੀ, 27 ਦਾ ਇੱਕ ਹੋ ਗਿਆ। ਟੋਟਲ ਕਿੰਨੇ ਦਿਨ ਹੋ ਗਏ? 7 ਦਿਨ ਹੋ ਗਏ। ਇਹਨਾਂ 7 ਤੋਂ ਬਾਅਦ ਜਿਹੜਾ ਸਾਲ ਆਊਗਾ 2028 ਦੇ ਵਿੱਚ ਜਿਹੜੇ ਇਹਦੇ 2 ਸਾਲ ਮਤਲਬ 2 ਮਹੀਨੇ ਨੇ, ਜਨਵਰੀ ਅਤੇ ਫਰਵਰੀ, ਉਹ ਰਿਪੀਟ ਹੋਣਗੇ। ਸਮਝ ਆਇਆ? ਨਹੀਂ ਸਮਝਿਆ ਇੱਕ ਵਾਰੀ ਦੁਬਾਰਾ ਸਮਝੋ। ਆਹ ਤਾਂ ਫਰਵਰੀ ਨੇ, ਤਾਂ ਤੁਸੀਂ ਸਮਝ ਮਤਲਬ ਫਰਵਰੀ ਲਿਖ ਕੇ ਚੱਲੋ ਇਹਨਾਂ ਨੂੰ। ਠੀਕ ਹੈ ਜੀ, ਜਿਹੜਾ ਵੀ ਸਾਲ ਦਿੱਤਾ ਹੋਇਆ ਹੈ, ਜਿਹੜਾ ਸਾਲ ਦਿੱਤਾ ਹੋਇਆ ਉਸੇ ਦੇ ਉਹਨੂੰ ਮਤਲਬ ਇੱਕ ਤਰ੍ਹਾਂ ਪਾਰਸ਼ਲੀ ਰਿਪੀਟ ਦਾ ਉਹਨੇ ਸਿਸਟਮ ਪੁੱਛਿਆ ਹੈ, ਤਾਂ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ, ਉਸ ਸਾਲ ਦਾ ਇੱਕ ਔਡ ਦਿਨ ਹੋ ਗਿਆ ਕਿਉਂਕਿ ਨਾਰਮਲ ਸਾਲ ਦਾ ਇੱਕ ਔਡ ਦਿਨ ਹੁੰਦਾ ਹੈ। ਠੀਕ ਆ, 2000 ਮਤਲਬ ਜੇ ਹੁਣ ਇੱਥੇ ਉਹਨੇ 2022 ਦਿੱਤਾ, 22 ਦੀ ਚਾਂਸ ਇੱਥੇ 2023 ਦਿੱਤਾ ਹੁੰਦਾ ਤਾਂ ਤੁਸੀਂ ਫਿਰ ਕੀ ਕਰਨਾ ਸੀ, ਫਿਰ ਤੁਸੀਂ 23 ਦਾ ਇੱਕ ਸਾਲ ਲਾਉਣਾ ਸੀ, 24 ਦੇ 2, ਫਿਰ 25 ਦਾ ਇੱਕ, 26 ਦਾ ਇੱਕ। ਠੀਕ ਹੈ ਜੀ, ਉਹ ਤੁਹਾਡਾ ਅੱਗੇ ਚੱਲ ਜਾਂਦਾ। ਠੀਕ ਆ, ਅਤੇ ਹੁਣ ਇਹਦਾ 2022 ਦਾ ਇੱਕ ਹੋ ਗਿਆ, 2023 ਦਾ ਇੱਕ ਹੋ ਗਿਆ, 2024 ਦੇ 2, 25 ਦਾ ਇੱਕ, 26 ਦਾ ਇੱਕ ਅਤੇ 27 ਦਾ ਇੱਕ। ਟੋਟਲ ਸਾਰੇ ਕਿੰਨੇ ਹੋ ਗਏ? 1 2 3 4 5 ਅਤੇ 2 7, 7 ਸਾਲ ਹੋ ਗਏ। ਤਾਂ ਆਪਾਂ 27 ਤੱਕ ਪਹੁੰਚੇ ਹਾਂ, ਮਤਲਬ ਕਿ ਇਸ ਤੋਂ ਜਿਹੜਾ ਅਗਲਾ ਸਾਲ ਹੋਊਗਾ, ਮਤਲਬ 2028 ਜਿਹੜਾ ਸਾਲ ਹੋਊਗਾ ਉਹਦੇ ਵਿੱਚ ਇਹ ਪਾਰਸ਼ਲੀ ਰਿਪੀਟ ਹੋਊਗਾ। ਅਤੇ ਜੇ ਇਹਨੂੰ ਫੁੱਲੀ ਰਿਪੀਟ ਆਪਾਂ ਦੇਖੀਏ, ਜਿਸ ਟਾਈਮ ਇਹਨੂੰ ਆਪਾਂ ਡਿਵਾਈਡ ਕਰ ਦਿੰਦੇ ਹਾਂ 4 'ਤੇ, ਤਾਂ ਆਪਣੇ ਕੋਲ ਕਿੰਨਾ ਵੱਜਦਾ ਹੈ? ਆਪਣੇ ਕੋਲ ਰਿਮਾਈਂਡਰ ਵੱਜਦਾ ਇਹਦਾ 2, ਮਤਲਬ ਕਿ ਇਹਦੇ ਵਿੱਚ ਆਪਾਂ ਨੂੰ 11 ਪਲੱਸ ਕਰਨਾ ਚਾਹੀਦਾ, ਮਤਲਬ 2033 ਦੇ ਵਿੱਚ ਇਹ ਕੈਲੰਡਰ ਫੁੱਲੀ ਰਿਪੀਟ ਹੋਊਗਾ। ਠੀਕ ਹੈ ਜੀ, ਇਹਦੇ ਵਿੱਚ ਨਾਰਮਲ ਈਅਰ ਤੋਂ ਨਾਰਮਲ ਈਅਰ ਹੈ ਜਿਹੜਾ, ਨਾਰਮਲ ਈਅਰ ਦੇ 2 ਮਹੀਨੇ ਲੀਪ ਦੇ ਸਾਲ ਦੇ ਵਿੱਚ ਵੀ ਜਾ ਕੇ ਪਲੱਸ ਹੋ ਸਕਦੇ ਨੇ, ਕਿਉਂਕਿ ਹੁਣ 2022 ਤਾਂ ਲੀਪ ਦਾ ਸਾਲ ਹੈ ਨਹੀਂ, ਜਿਹੜਾ 2028 ਹੈ ਉਹ ਲੀਪ ਦਾ ਸਾਲ ਹੈ, ਪਰ ਉਹਦੇ ਜਿਹੜੇ 2 ਮਹੀਨੇ ਨੇ ਰਿਪੀਟ ਸੇਮ ਹੋਣਗੇ। ਮਤਲਬ 2022 ਦੇ ਜਿਹੜੇ 2 ਮਹੀਨੇ ਨੇ ਉਹ ਜਾ ਕੇ 2028 ਦੇ ਵਿੱਚ ਰਿਪੀਟ ਹੋਣਗੇ। ਠੀਕ ਹੈ ਜੀ, ਉਮੀਦ ਕਰਦੇ ਹਾਂ ਤੁਹਾਨੂੰ ਸਾਰਾ ਜਿਹੜਾ ਵੀ ਸਮਝਾਇਆ ਤੁਹਾਨੂੰ ਸਮਝ ਲੱਗਿਆ ਹੋਵੇਗਾ। ਕੁਛ ਵੀ ਨਹੀਂ ਸਮਝ ਲੱਗਿਆ ਤਾਂ ਕਮੈਂਟ ਕਰ ਦਿਓ ਵੀਡੀਓ ਦੇ ਥੱਲੇ। ਠੀਕ ਹੈ, ਕੋਸ਼ਿਸ਼ ਕਰਾਂਗੇ ਤੁਹਾਨੂੰ ਦੁਬਾਰਾ ਤੋਂ ਜ਼ਰੂਰ ਸਮਝਾ ਸਕੀਏ, ਜਾਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ, ਫਿਰ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜਾ ਵੀ ਕੁਛ ਤੁਹਾਨੂੰ ਨਹੀਂ ਸਮਝ ਲੱਗਿਆ ਉਹ ਸਮਝਾ ਸਕੀਏ। ਠੀਕ ਹੈ ਜੀ, ਸਾਡਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲਿਓ। ਹਰੇਕ ਵੀਡੀਓ ਦੇ ਜਿਹੜਾ ਕਮੈਂਟ ਬਾਕਸ ਆ ਉਹਦੇ ਵਿੱਚ ਅਸੀਂ ਉਹ ਸਾਡੇ ਚੈਨਲ ਦਾ ਵੀ ਅਤੇ ਸਾਡੇ ਗਰੁੱਪ ਦਾ ਵੀ ਲਿੰਕ ਜ਼ਰੂਰ ਪਿੰਨ ਕਰਵਾਉਂਦੇ ਹਾਂ। ਠੀਕ ਹੈ ਜੀ, ਅੱਜ ਦੇ ਲਈ ਇੰਨਾ ਹੀ ਦੋਸਤੋ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਅਤੇ ਤੁਹਾਡੇ ਜਿਹੜੇ ਅੱਗੇ ਪੰਜਾਬ ਗੌਰਮੈਂਟ ਦੇ ਜਿਹੜੇ ਵੀ ਐਗਜ਼ਾਮਸ ਆ ਰਹੇ ਨੇ, ਉਹਨਾਂ ਸਾਰਿਆਂ ਨੂੰ ਮੁੱਖ ਰੱਖਦੇ ਹੋਏ ਅਸੀਂ ਲੈ ਕੇ ਚੱਲ ਰਹੇ ਹਾਂ ਡੇਲੀ ਟਾਰਗੇਟ। ਕੋਸ਼ਿਸ਼ ਕਰੋ ਉਹਨਾਂ ਟਾਰਗੇਟਸ ਨੂੰ ਫੋਲੋ ਕਰਨ ਦੀ, ਕਿਉਂਕਿ ਜਦੋਂ ਤੁਸੀਂ ਟਾਰਗੇਟ ਲੈ ਕੇ ਚੱਲਦੇ ਹੋ ਕਿਸੇ ਵੀ ਕੰਮ ਨੂੰ ਕਰਨ ਦਾ, ਤਾਂ ਤੁਹਾਨੂੰ ਟਾਰਗੇਟ ਪੂਰਾ ਕਰਨ